साहिब जीओ। सतनाम श्री वाहिगुरु साहिब जीओ। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। तेरे कवण कवण गुण कह कह गावां। तू साहिब गुणी निदाना। तुमरी महिमा बरन ना साकों। तू ठाकुर ऊंच भगवाना। सतनाम श्री वाहिगुरु साहिब जीओ। श्री राग महला तीजा। सुण सुण काम गहेलीऐ। क्या चलै बाहां लुढ़ाए। अपना पिर ना पछाणहि। क्या मुँह देसह जाए। जिनी सखी कंत पछाणिया। हों तिन कै लागों पाए। तिन ही जैसी थी रहा। सतसंगत मेल मिलाए। मुंदे कूड़ मुठी कुड़ियार। फिर प्रभ साचा सोहना। पाइयै गुर विचार। फिर प्रभ साचा सोहना। पाइयै गुर विचार। रहाओ मन मुख कंत ना पछाणई। तिन क्यों रैण विहाए। गर्भ अटियां तृष्णा जलै। गर्भ अटिया तृष्णा जलै। दुख पावैं दूजै भाए। दुख पावैं दूजै भाए। शब्द रतियां सुहागणी। तिन विचों हउमै जाए। सदा पिर रावैं आपुणा। तिन सुखै सुख विहाए। सदा पिर रावैं आपुणा। तिना सुखै सुख विहाए। ज्ञान विहूणी पिर मुतियां पिरम न पाया जाए। अज्ञान मत्ती अंधेर है। बिन पिर देखै भूख ना जाए। आवो मिलो सहेली हो। मैं पिर देओ मिलाए। पूरै भाग सतगुर मिलै। पूरै भाग सतगुर मिलै। पिर पाया सच समाए। से सैया सुहागणी। जिनको नदर करे। खसम पछाणै आपुणा। तन मन आगै दे। घर वर पाया आपुणा। हउमै दूर करे। नानक शोभावंतियां। नानक शोभावंतियां सुहागणी। अन दिन भगत करें। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਾਹਿਬ ਕਮਾਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਫੇਸਬੁੱਕ ਆਡੀਓ ਮਾਧਿਅਮ ਦੇ ਰਾਹੀਂ ਲਾਈਵ ਗੁਰਬਾਣੀ ਵਿਚਾਰ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੁੰਨੇ ਆ, ਜਿਸ ਦੇ ਵਿੱਚ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚ ਸ਼੍ਰੀ ਰਾਗ ਦੇ ਹੁਣ ਤੱਕ 60 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ ਤੇ 27 ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਣ ਤੱਕ ਵਿਚਾਰ ਲਏ ਨੇ। ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 38 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ। ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਾਮ ਦੇ ਵਿੱਚ, ਵਾਸ਼ਨਾਵਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਗਲਤਾਨ ਹੋਈ ਜੀਵ ਇਸਤਰੀ ਨੂੰ ਗੁਰਮਤਿ ਦਾ ਸੁਨੇਹਾ ਦਿੰਦੇ ਨੇ ਕਿ ਕਿਵੇਂ ਤੂੰ ਗੁਰੂ ਦੇ ਦੱਸੇ ਰਸਤੇ ਤੇ ਚੱਲ ਤੇ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਦੇ ਹੁਕਮ ਦੀ ਪਹਿਚਾਣ ਕਰ ਤੇ ਸਦਾ ਅਟਲ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹਾਸਲ ਹੋ ਸਕੇ। ਕਿਉਂਕਿ ਜਿਹੜੀ ਮਨੁੱਖ ਦੀ ਫਿਤਰਤ ਆ ਨਾ, ਮੈਂ ਹਰ ਵਕਤ ਹੀ ਆਪਾਂ ਗੁਰਬਾਣੀ ਦੇ ਵਿੱਚੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਮਨੁੱਖ ਦੇ ਉੱਪਰ ਅਵਗੁਣਾਂ ਦਾ ਬਹੁਤ ਪ੍ਰਭਾਵ ਹੈ। ਇਹ ਐਡੀ ਛੇਤੀ ਗੁਣ ਗ੍ਰਹਿਣ ਨਹੀਂ ਕਰਦਾ ਜਿੰਨੀ ਛੇਤੀ ਇਹ ਅਵਗੁਣਾਂ ਨੂੰ ਗ੍ਰਹਿਣ ਕਰਦਾ ਹੈ। ਇਸੇ ਕਰਕੇ ਇਹਨੂੰ ਗੁਣ ਸਿੱਖਣ ਵਾਸਤੇ ਕਿਸੇ ਉਸਤਾਦ ਕੋਲ ਜਾਣਾ ਪੈਂਦਾ ਹੈ, ਇਹਨੂੰ ਅਕੈਡਮੀ ਲੈਣੀ ਪੈਂਦੀ ਹੈ, ਐਜੂਕੇਸ਼ਨ ਲੈਣੀ ਪੈਂਦੀ ਹੈ। ਐਜੂਕੇਸ਼ਨ ਕੀ ਹੈ? ਇਹਨੂੰ ਗੁਣਵਾਨ ਬਣਾਉਣ ਦਾ ਇੱਕ ਜ਼ਰੀਆ ਹੈ ਕਿ ਇਹ ਗੁਣਵੰਤੀ ਬਣ ਜਾਵੇ, ਗੁਣਵਾਨ ਬਣ ਜਾਵੇ ਇਹ ਮਨੁੱਖ। ਪਰ ਮਨੁੱਖ ਅਵਗੁਣ ਬਹੁਤ ਛੇਤੀ ਗ੍ਰਹਿਣ ਕਰਦਾ ਹੈ। ਅਵਗੁਣ ਨੂੰ ਸਿੱਖਣ ਵਾਸਤੇ ਇਹਨੂੰ ਕਿਸੇ ਕਲਾਸ ਦੀ ਲੋੜ ਨਹੀਂ, ਕਿਸੇ ਜਮਾਤ ਦੀ ਲੋੜ ਨਹੀਂ, ਕਿਸੇ ਵਿਦਿਆਲਿਆ ਦੀ ਲੋੜ ਨਹੀਂ। ਗੁਣ ਗ੍ਰਹਿਣ ਕਰਨ ਵਾਸਤੇ, ਗੁਣਵੰਤੀ ਬਣਨ ਵਾਸਤੇ, ਗੁਣਵਾਨ ਬਣਨ ਵਾਸਤੇ ਇਹਨੂੰ ਪੜ੍ਹਾਈ ਦੀ, ਸਿੱਖਿਆ ਦੀ, ਵਿਦਿਆ ਦੀ ਲੋੜ ਹੈ। ਸਤਿਗੁਰੂ ਜੀ ਨੇ ਅੱਜ ਦਾ ਜਿਹੜਾ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਖਸ਼ਿਸ਼ ਰੂਪ ਦੇ ਵਿੱਚ ਅੱਜ ਗਿਆਨ ਦੇਣ ਵਾਸਤੇ ਸਤਿਗੁਰੂ ਜੀ ਨੇ ਝੋਲੀ ਵਿੱਚ ਪਾਇਆ ਹੈ, ਗਿਆਨ ਦੇ ਰੂਪ ਦੇ ਵਿੱਚ ਬਖਸ਼ਿਸ਼ ਰੂਪ 'ਚ ਦਿੱਤਾ ਹੈ। ਆਓ ਅੱਜ ਦੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਰਹਾਉ ਦਾ ਬੰਦ ਹੈ ਪਾਵਨ ਸ਼ਬਦ ਦਾ। ਸਤਿਗੁਰੂ ਗੁਰਦੇਵ ਜੀ ਕਹਿੰਦੇ, ਮੁੰਦੇ ਕੂੜ ਮੁੱਠੀ ਕੁੜਿਆਰ, ਪਿਰ ਪ੍ਰਭ ਸਾਚਾ ਸੋਹਣਾ, ਪਾਈਏ ਗੁਰ ਵਿਚਾਰ। ਰਹਾਉ। ਮੁੰਦੇ ਦਾ ਅਰਥ ਆ ਮੂਰਖ, ਮੁਗਧ। ਜੋ ਜੀਵ ਇਸਤਰੀ ਆਪਣੇ ਮਨ ਦੀਆਂ ਮੂੰਹ ਆਈਆਂ ਦੇ ਪਿੱਛੇ ਤੁਰੀ ਹੈ। ਮੁੰਦੇ ਮੁਗਧ ਹੋਇਆ, ਭਾਵ ਵਿਕਾਰਾਂ ਦੇ ਵਿੱਚ ਮੁਗਧ ਹੋਈ, ਸੰਸਾਰਿਕ ਪਦਾਰਥਾਂ ਦੇ ਵਿੱਚ ਮੁਗਧ ਹੋਈ। ਮੁੰਦੇ ਕੂੜ ਮੁੱਠੀ ਕੁੜਿਆਰ। ਕੁੜਿਆਰ ਦਾ ਅਰਥ ਆ
कूड़ दा वणजारण, ਉਹ ਵਪਾਰੀ ਜੋ ਝੂਠ ਨੂੰ ਇਕੱਠਾ ਕਰੇ, ਜੋ ਬੇਈਮਾਨੀ ਇਕੱਠੀ ਕਰੇ, ਜਿਹਦਾ ਸਾਰਾ ਦਿਨ ਦਾ ਕਾਰੋਬਾਰ ਇਹ ਹੋਵੇ ਕਿ ਬਸ ਉਹਨੇ ਕੂੜ ਹੀ ਇਕੱਠਾ ਕਰਨਾ ਹੈ। ਤੋ ਸਭ ਕਹਿੰਦੇ ਮੁੰਦੇ ਕੂੜ ਮੁੱਠੀ ਕੁੜਿਆਰ। हे ਆਪਣੇ ਵਿੱਚ ਮਸਤ ਤੇ ਕੂੜ ਦੀ ਵਣਜਾਰਨ ਜੀਵ ਇਸਤਰੀਏ, ਸਦਾ ਕੂੜ ਨੂੰ ਵਿਹਾਜਣ ਵਾਲੀਏ ਜੀਵ ਇਸਤਰੀਏ, ਨਿਤ ਤੂੰ ਕੂੜ ਨੂੰ ਇਕੱਠੀ ਕਰ ਰਹੀ ਹੈ। ਸੱਚ ਜਾਣੀ ਤੈਨੂੰ ਇਸ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ। ਤੇ ਜੇ ਤੂੰ ਇਹ ਸੋਚਦੀ ਹੈ ਕਿ ਕੂੜ ਨੂੰ ਇਕੱਠਾ ਕਰਕੇ ਪਤੀ ਪਰਮਾਤਮਾ ਵਾਹਿਗੁਰੂ ਤੇਰੇ ਤੇ ਤਰੁੱਟ ਪੈਣਗੇ, ਸਤਿਗੁਰੂ ਜੀ ਕਹਿੰਦੇ ਇਹ ਭੁਲੇਖਾ ਹੈ, ਇਹ ਭਰਮ ਆ। ਕਿਉਂਕਿ ਪਤੀ ਪਰਮਾਤਮਾ ਨੂੰ ਰਿਝਾਉਣ ਵਾਸਤੇ ਕੂੜ ਦੀ ਲੋੜ ਨਹੀਂ, ਉੱਥੇ ਸੱਚਾਈ ਦੀ ਲੋੜ ਹੈ। ਪਤੀ ਰੀਝਦਾ ਹੈ ਸੱਚ ਦੇ ਉੱਪਰ, ਪਰਮਾਤਮਾ ਵਾਹਿਗੁਰੂ ਤਰੁੱਠਦਾ ਹੈ ਸੱਚਾਈ ਦੇ ਉੱਪਰ। ਸੱਚ ਦੇ ਉੱਪਰ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਨੇ, ਸੱਚਾਈ ਦੇ ਉੱਪਰ ਜਦੋਂ ਗੁਰੂ ਦੀ ਮੱਤ ਤੇ ਗੁਰੂ ਦਾ ਸਿੱਖ ਚੱਲਦਾ ਹੈ, ਸਤਿਗੁਰੂ ਦੀ ਮੱਤ ਨੂੰ ਗ੍ਰਹਿਣ ਕਰਦਾ ਹੈ ਤੇ ਇਹ ਤਰੁੱਠਦਾ ਹੈ। ਗੁਰੂ ਜੀ ਪਰਮਾਤਮਾ ਜੀ ਤਰੁੱਟਦੇ ਨੇ। ਤੋ ਸਭ ਕਹਿੰਦੇ ਮੁੰਦੇ ਕੂੜ ਮੁੱਠੀ ਕੁੜਿਆਰ। ਇਹ ਆਪਣੇ ਆਪ ਦੇ ਵਿੱਚ ਮਸਤ ਤੇ ਕੂੜ ਨੂੰ ਵਿਹਾਜਣ ਵਾਲੀਏ ਜੀਵ ਇਸਤਰੀਏ, ਤੂੰ ਨਿਤ ਇਸ ਮਾਇਆ ਦੇ ਪਸਾਰੇ ਦੇ ਹੱਥੀਂ ਲੁੱਟੀ ਜਾ ਰਹੀ ਹੈ। ਜਿਸ ਮਾਇਆ ਦੇ ਵਾਸਤੇ ਤੂੰ ਆਪਣੀ ਜੀਵਨ ਨੂੰ ਜੋੜ ਕੇ ਬੈਠੀ ਹੈ, ਜਿਸ ਮਾਇਆ ਦੇ ਰੁਝਾਨ ਦੇ ਵਿੱਚ ਫਸੀ ਹੈ, ਜਿਸ ਮਾਇਆ ਵਿੱਚ ਮਸਤ ਹੋਈ ਪਈ ਹੈ, ਇਹ ਮਾਇਆ ਦੇ ਨਾਲ ਤੈਨੂੰ ਪਰਮਾਤਮਾ ਪਤੀ ਨਹੀਂ ਮਿਲਣਾ। ਤੂੰ ਇਹਦੇ ਨਾਲ ਸਗੋਂ ਪਰਮਾਤਮਾ ਵਾਹਿਗੁਰੂ ਤੋਂ ਆਪਣੀ ਦੂਰੀ ਪਾ ਰਹੀ ਹੈ, ਨਿਤ ਟੁੱਟਦੀ ਜਾ ਰਹੀ ਹੈ, ਨਿਤ ਵਿਛੜਦੀ ਜਾ ਰਹੀ ਹੈ। ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰੂ ਵਿਚਾਰ। ਪਰਿਪੂਰਨ ਪਰਮਾਤਮਾ ਵਾਹਿਗੁਰੂ ਰੂਪੀ ਪਤੀ ਉਹ ਬਹੁਤ ਹੀ ਸੱਚਾ ਹੈ ਤੇ ਬਹੁਤ ਖੂਬਸੂਰਤ ਹੈ। ਕਿਉਂ ਖੂਬਸੂਰਤ ਹੈ? ਕਿਉਂਕਿ ਉਹਦੇ ਕੋਲ ਗੁਣ ਮੌਜੂਦ ਨੇ, ਉਹ ਗੁਣਾਂ ਦਾ ਮੁਜੱਸਮਾ ਹੈ। ਪਾਈਏ ਗੁਰੂ ਵਿਚਾਰ। ਜੇ ਤੂੰ ਐਸੇ ਸੋਹਣੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਰੂਪੀ ਪਤੀ ਵਾਹਿਗੁਰੂ ਨੂੰ ਮਿਲਣਾ ਚਾਹੁੰਦੀ ਹੈ ਤੇ ਤੈਨੂੰ ਕਰਨਾ ਕੀ ਪਊਗਾ? ਗੁਰੂ ਦੀ ਵਿਚਾਰ ਦੇ ਉੱਪਰ ਤੁਰਨਾ ਪਊਗਾ। ਹੁਣ ਸਤਿਗੁਰੂ ਜੀ ਸਾਨੂੰ ਨਿਤ ਦੀ ਕਰਨੀ ਜੀਵਨ ਦੇ ਵਿੱਚ ਸਾਨੂੰ ਇਹ ਦੱਸ ਰਹੇ ਨੇ ਕਿ ਅਸੀਂ ਕੀ ਕਰਨਾ ਹੈ। ਆਮ ਕਰਕੇ ਅਸੀਂ ਕਥਾਵਾਚਕ ਮੇਰੇ ਵਰਗੇ ਇਹ ਤੇ ਕਹਿੰਦੇ ਨੇ ਵੀ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਜਦੋਂ ਸਾਡੇ ਮਨ 'ਚ ਇੱਕ ਸਵਾਲ ਉੱਠਦਾ ਕਰਨਾ ਕੀ ਹੈ, ਇਹ ਸ਼ਬਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਨਹੀਂ ਕੋਈ ਜਵਾਬ ਦੇ ਸਕਦਾ। ਹੁਣ ਆਪਾਂ ਰੋਜ਼ਾਨਾ ਗੁਰੂ ਸ਼ਬਦ ਦੀ ਵਿਚਾਰ ਤੋਂ ਇਹੀ ਸਿੱਖਦੇ ਹਾਂ, ਇਹੀ ਜਾਣਦੇ ਹਾਂ, ਇਹੀ ਸਮਝਦੇ ਹਾਂ। ਸਤਿਗੁਰੂ ਜੀ ਜਿੱਥੇ ਇਹ ਕਹਿੰਦੇ ਨੇ ਕਿ ਭਾਈ ਕੂੜ ਦੇ ਨਾਲ ਪ੍ਰਮਾਤਮਾ ਨਹੀਂ ਮਿਲਣਾ, ਇਹ ਝੂਠ ਬੋਲ ਕੇ ਠੱਗੀਆਂ ਫਰੇਬੀਆਂ ਧੋਖੇ ਦੇ ਜੀਵਨ ਦੇ ਨਾਲ ਪ੍ਰਮਾਤਮਾ ਨਹੀਂ ਮਿਲਣਾ, ਫਿਰ ਸਵਾਲ ਪੈਦਾ ਹੁੰਦਾ ਹੈ ਮਿਲੂਗਾ ਕਿਵੇਂ? ਤੇ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਹਮੇਸ਼ਾ ਜਵਾਬ ਦਿੰਦੇ ਨੇ, ਕਹਿੰਦੇ ਉਹ ਜਿਹੜਾ ਪ੍ਰਮਾਤਮਾ ਨਾ ਉਹ ਸੱਚਾ ਹੈ, ਉਹਦੇ ਉੱਪਰ ਝੂਠ ਦਾ ਗਲਬਾ ਨਹੀਂ। ਦੁਨੀਆ ਦੇ ਲੋਕਾਂ ਨੂੰ ਤੂੰ ਪ੍ਰਭਾਵਿਤ ਕਰ ਲਵੇਂ ਆਪਣੇ ਮੂੰਹ ਦੇ ਉੱਤੇ ਝੂਠ ਦਾ ਮੁਖੌਟਾ ਪਾ ਕੇ, ਭਾਈ ਮੈਂ ਬੜਾ ਧਰਮੀ ਹਾਂ, ਮੈਂ ਬੜਾ ਭਗਤ ਹਾਂ, ਮੈਂ ਬੜਾ ਅੰਦਰੋਂ ਬਾਣੀ ਨਾਲ ਜੁੜਿਆ, ਤੇ ਅੰਦਰ ਤੇ ਕ੍ਰੋਧ ਭਰਿਆ ਪਿਆ ਹੈ, ਅੰਦਰ ਤੇ ਅੱਗ ਲੱਗੀ ਪਈ ਹੈ ਈਰਖਾ ਦੀ, ਅੰਦਰ ਤੇ ਨਫ਼ਰਤ ਭਰੀ ਪਈ ਹੈ, ਅੰਦਰ ਤੇ ਕੂੜ ਕਬਾੜੇ ਦੀ ਗੰਦਗੀ ਇਕੱਠੀ ਕੀਤੀ ਪਈ ਹੈ। ਤੇ ਜੇ ਇਹ ਸੋਚੇਂ ਤੇ ਇਸ ਕੂੜ ਕਬਾੜੇ ਦੀ ਗੰਦਗੀ ਨੂੰ ਆਪਣੇ ਹਿਰਦੇ ਘਰ 'ਚ ਇਕੱਠਾ ਕਰਕੇ ਸੋਹਣਾ ਪਰਮਾਤਮਾ ਪਤੀ ਤੇਰੀ ਸੇਜਾ ਤੇ ਆਵੇਗਾ, ਸਭ ਕਹਿੰਦੇ ਫਿਰ ਤੂੰ ਬਿਲਕੁਲ ਹੀ ਭੁਲੇਖੇ ਵਿੱਚ ਹੈ। ਕਿਉਂਕਿ ਗੰਦਗੀ ਦੇ ਵਣਜ਼ਾਰਿਆਂ ਦਾ ਪਰਮਾਤਮਾ ਮਿੱਤਰ ਨਹੀਂ ਬਣਦਾ। ਜੇ ਤੂੰ ਪਰਮਾਤਮਾ ਰੂਪੀ ਪਤੀ ਵਾਹਿਗੁਰੂ ਨੂੰ ਰਿਝਾਉਣਾ ਚਾਹੁੰਦੀ ਹੈ ਇਹ ਜੀਵ ਇਸਤਰੀਏ, ਫਿਰ ਕੀ ਕਰ? ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰੂ ਵਿਚਾਰ। ਗੁਰੂ ਦੀ ਵਿਚਾਰ ਤੇ ਤੁਰ, ਗੁਰੂ ਜੀ ਦੇ ਗਿਆਨ ਤੇ ਤੁਰ, ਗੁਰੂ ਦੀ ਮੱਤ ਨੂੰ ਅਪਣਾ, ਗੁਰੂ ਦੇ ਹੁਕਮ ਤੇ ਤੁਰ। ਕਿਉਂਕਿ ਗੁਰੂ ਦੇ ਬਚਨਾਂ ਦੀ ਕਮਾਈ ਕੀਤਿਆਂ ਹੀ, ਗੁਰੂ ਜੀ ਦੇ ਵਿਚਾਰ ਦੀ ਕਮਾਈ ਕੀਤਿਆਂ ਹੀ ਪਤੀ ਪਰਮਾਤਮਾ ਵਾਹਿਗੁਰੂ ਵਰਗੇ ਗੁਣ ਜੀਵਨ ਚਾਉਣਗੇ।
ਤੇ ਜਦੋਂ ਪ੍ਰਮਾਤਮਾ ਪਤੀ ਦੇ ਵਰਗੇ ਸੋਹਣੇ ਗੁਣ ਜੀਵਨ ਚਾਉਣਗੇ, ਨਿਵਣ ਸੁਅੱਖਰ ਖਵਣ ਗੁਣ ਜੇ ਬਾਮਨੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀਕੰਤ। ਜੀਭਾ ਤੋਂ ਹਰ ਵਕਤ ਮਿੱਠਾ ਬੋਲਣਾ ਹੈ, ਅੰਦਰ ਪ੍ਰੇਮ ਰੱਖਣਾ ਹੈ, ਅੰਦਰ ਵਿਕਾਰਾਂ ਦੀ ਗੰਦਗੀ ਨਹੀਂ ਪੈਣ ਦੇਣੀ। ਜਿਵੇਂ ਰੋਜ਼ ਆਪਣੀਆਂ ਸਵਾਣੀਆਂ ਜਿਵੇਂ ਘਰ ਸੁੰਬਰਦੀਆਂ ਨਾ, ਡਸਟਿੰਗ ਕਰਦੀਆਂ ਨੇ, ਘਰ ਦੇ ਵਿੱਚ ਮਿੱਟੀ ਨਹੀਂ ਪੈਣ ਦਿੰਦੀਆਂ, ਇਵੇਂ ਹੀ ਅਸੀਂ ਆਪਣੇ ਹਿਰਦੇ ਰੂਪੀ ਘਰ ਵਿੱਚ ਰੋਜ਼ ਗੁਰੂ ਦੀ ਰਹਿਮਤ ਦਾ, ਗੁਰੂ ਦੇ ਪ੍ਰੇਮ ਦਾ, ਗੁਰੂ ਦੇ ਗਿਆਨ ਦਾ ਝਾੜੂ ਫੇਰਨਾ ਹੈ, ਤਾਂ ਕਿ ਵਿੱਚੋਂ ਵਿਕਾਰ ਹੁੰਜੇ ਜਾਣ, ਗੰਦੇ ਵਿਚਾਰ ਹੁੰਜੇ ਜਾਣ, ਗੰਦੇ ਖਿਆਲ ਹੁੰਜੇ ਜਾਣ, ਤਾਂ ਕਿ ਇਹ ਘਰ ਸਾਫ ਸੁਥਰਾ ਰਹਿ ਸਕੇ। ਜੇ ਇਹ ਘਰ ਸਾਫ ਸੁਥਰਾ ਰਹੇਗਾ ਤੇ ਜੀਵ ਇਸਤਰੀ ਨੂੰ ਮਾਣ ਮਿਲੇਗਾ, ਤੇ ਇਸ ਘਰ ਦੇ ਵਿੱਚ ਪਤੀ ਪਰਮਾਤਮਾ ਵਾਹਿਗੁਰੂ ਜੀ ਸਦਾ ਵਾਸਤੇ ਟਿਕੇ ਰਹਿਣਗੇ। ਹੁਣ ਚਾਹੀਦਾ ਹੈ, ਇਸ ਗੱਲ ਤੋਂ ਰਹਾਉ ਦੀਆਂ ਪੰਕਤੀਆਂ ਤੋਂ ਇਹ ਗੱਲ ਸਮਝ ਆ ਗਈ ਹੈ ਕਿ ਕੂੜ ਕਬਾੜੇ ਦੇ ਨਾਲ ਸਭ ਕਹਿੰਦੇ ਪਤੀ ਨਹੀਂ ਰਿਝਣਾ। ਜੇ ਪਤੀ ਨੂੰ ਰਿਝਾਉਣਾ ਚਾਹੁੰਦੀ ਹੈ ਤੇ ਗੁਰੂ ਦੀ ਮੱਤ ਤੇ ਚੱਲ, ਗੁਰੂ ਦੇ ਵਿਚਾਰ ਨੂੰ ਅਪਣਾ, ਗੁਰੂ ਦੇ ਹੁਕਮ ਤੇ ਚੱਲ, ਗੁਰੂ ਦੀ ਮੱਤ ਲੈ ਤੇ ਗੁਰੂ ਜੀ ਦੇ ਗਿਆਨ ਤੇ ਚੱਲਿਆ, ਗੁਰੂ ਸ਼ਬਦ ਦੇ ਮੁਤਾਬਕ ਜੀਵਨ ਢਾਲਿਆ, ਤੇ ਉਹ ਵਾਹਿਗੁਰੂ ਪ੍ਰਮਾਤਮਾ ਤੇਰੇ ਤੇ ਟੁੱਟ ਸਕਦਾ ਹੈ, ਤੇਰੇ ਤੇ ਰੀਝ ਸਕਦਾ ਹੈ, ਤੈਨੂੰ ਆਪਣੇ ਨਾਲ ਮਿਲਾ ਸਕਦਾ ਹੈ, ਆਪਣੇ ਵਰਗਾ ਬਣਾ ਸਕਦਾ ਹੈ। ਹੁਣ ਪਹਿਲਾ ਬੰਦ ਪਾਵਨ ਸ਼ਬਦ ਦਾ ਜਿਹੜਾ ਅੱਜ ਦਾ ਹੈ, ਸੁਣ ਸੁਣ ਕਾਮ ਗਹੇਲੀਐ ਕਿਆ ਚੱਲੈ ਬਾਂਹ ਲੁੜਾਏ। ਗੁਰਬਾਣੀ ਦੇ ਵਿੱਚ ਜਦੋਂ ਕਾਮ ਵਿਕਾਰ ਦਾ ਪਹਿਲਾ ਵਿਕਾਰ ਆ, ਪੰਜ ਵਿਕਾਰਾਂ ਦੇ ਵਿੱਚੋਂ ਕਾਮ, ਤੇ ਕਾਮ ਦਾ ਅਰਥ ਆ ਵਾਸ਼ਨਾ, ਸਵਾਰਥ। ਵਾਸ਼ਨਾ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ, ਔਰਤ ਦੀ ਖਿਮਾ ਕਰਨਾ, ਵਾਸ਼ਨਾ ਕੁਰਸੀ ਦੀ, ਵਾਸ਼ਨਾ ਸੋਹਣੇ ਹੀਰੇ ਜਵਰਾਤ ਗਹਿਣੇ ਗਲਾਂ 'ਚ ਪਾਉਣ ਦੀ, ਵਾਸ਼ਨਾ ਸਭ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਸਾਰੇ ਕਾਮਨਾਵਾਂ ਦੇ ਵੇਗ ਵਿੱਚ ਹੀ ਆਉਂਦੇ ਨੇ। ਕਾਮ ਦਾ ਅਰਥ ਆ ਵਾਸ਼ਨਾ। ਹੁਣ ਮਨੁੱਖ ਦੇ ਜੀਵਨ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜਾ ਵਿਕਾਰ ਪ੍ਰਬਲ ਆ ਉਹ ਵਾਸ਼ਨਾਵਾਂ ਹੈ, ਕਾਮਨਾਵਾਂ ਹੈ। ਮਨੁੱਖ ਆਪਣੀਆਂ ਕਾਮ ਨੂੰ ਮੁਕੰਮਲ ਕਰਨਾ ਚਾਹੁੰਦਾ ਹੈ, ਆਪਣੀਆਂ ਵਾਸ਼ਨਾਵਾਂ ਦਾ ਗੁਲਾਮ ਆ। ਤੋ ਸਹਿਬ ਕਹਿੰਦੇ ਸੁਣ ਸੁਣ ਕਾਮ ਗਹੇਲੀ ਹੈ ਕਿਆ ਚੱਲੇ ਬਾਂਹ ਲੁੜਾਏ। ਗਹੇਲੀ ਦਾ ਅਰਥ ਆ ਫਸੀ ਹੋਈ, ਫੜੀ ਹੋਈ। ਕਾਮ ਗਹੇਲੀ ਹੈ, ਪੂਰੇ ਪੰਕਤੀ ਦੇ ਪੂਰੇ ਸ਼ਬਦ ਦੇ ਅਰਥ ਨੇ, ਹੇ ਸਵਾਰਥ ਵਿੱਚ ਫਸੀ ਹੋਈ ਜੀਵ ਇਸਤਰੀ ਜੋ ਨਿਤ ਮਾਇਆ ਦੇ ਵਾਸ਼ਨਾਵਾਂ ਵਿੱਚ ਪਈ ਹੋਈ ਹੈ। ਕਿਆ ਚੱਲੇ ਬਾਂਹ ਲੁੜਾਏ। ਬਾਂਹ ਲੁੜਾਏ ਦਾ ਅਰਥ ਆ ਉਲਾਰ ਕੇ, ਜੇਤੂ। ਜਦੋਂ ਮਨੁੱਖ ਜੇਤੂ ਹੁੰਦਾ ਤੇ ਬਾਂਹ ਉੱਚੀ ਚੁੱਕ ਕੇ ਕਹਿੰਦਾ ਹੈ ਮੈਂ ਜੇਤੂ ਹੋ ਗਿਆ। ਬਾਂਹ ਉਲਾਰ ਕੇ ਕਹਿਣਾ, ਉੱਚੀ ਆਵਾਜ਼ ਨਾ ਕਹਿਣਾ ਵੀ ਮੈਂ ਜੇਤੂ ਹਾਂ। ਤੋ ਸਾਹਿਬ ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਜੀ, ਹੇ ਨਿਤ ਕਾਮ ਵਾਸ਼ਨਾ ਵਿੱਚ ਪਏ ਹੋਏ ਇਹ ਜੀਵ ਇਸਤਰੀ। ਜੀਵ ਇਸਤਰੀ ਦਾ ਸਾਡੇ ਮਨੁੱਖ ਸਾਨੂੰ ਸੰਬੋਧਨ ਕਰ ਰਹੇ ਨੇ, ਕਿਉਂਕਿ ਪੁਰਖ ਪਰਮਾਤਮਾ ਹੈ, ਅਸੀਂ ਸਾਰੀਆਂ ਜੀਵ ਇਸਤਰੀਆਂ। ਸਾਡੇ ਅੰਦਰ ਬਹੁਤ ਭੁੱਖ ਪਈ ਹੋਈ ਹੈ। ਸਾਡੇ ਅੰਦਰ ਨਾ ਖਾਲੀ ਨਹੀਂ, ਅਸੀਂ ਅੰਦਰੋਂ ਵਿਕਾਰਾਂ ਦੀ ਭੁੱਖ, ਗੰਦਗੀ ਦੀ ਭੁੱਖ, ਵਾਸ਼ਨਾ ਦੀ ਭੁੱਖ, ਇਹ ਸਾਡੇ ਅੰਦਰ ਪਈ ਹੋਈ ਹੈ। ਤੁਸੀਂ ਕਿਤੇ ਮਨੁੱਖ ਦੇ ਜੀਵਨ 'ਚ ਝਾਤੀ ਮਾਰੋ ਨਾ, ਨਿੱਕੀਆਂ ਨਿੱਕੀਆਂ ਲਾਲਸਾਵਾਂ, ਨਿੱਕੀਆਂ ਨਿੱਕੀਆਂ ਕਾਮਨਾਵਾਂ ਇਹਦੇ ਜੀਵਨ ਦੇ ਵਿੱਚ ਵੱਡੇ ਅਪਰਾਧ ਨੂੰ ਜਨਮ ਦੇ ਰਹੀਆਂ ਨੇ, ਇਹਦੇ ਅੰਦਰ ਅਵਗੁਣ ਪੈਦਾ ਕਰ ਰਹੀਆਂ ਨੇ। ਲਾਲਸਾ ਹੈ, ਮੇਰੇ ਕੋ ਨਾ ਗੱਡੀ ਹੈਗੀ ਹੈ ਬੜੀ ਵਧੀਆ, ਨਹੀਂ ਇਹ ਤੋਂ ਵੱਡੀ ਚਾਹੀਦੀ ਹੈ, ਘਰ ਤੋਂ ਵੱਡਾ ਚਾਹੀਦਾ ਹੈ, ਮੈਨੂੰ ਸਲਾਮਾਂ ਹੋਣੀਆਂ ਚਾਹੀਦੀਆਂ ਨੇ, ਹਰ ਕੋਈ ਮੇਰੀ ਰਿਸਪੈਕਟ ਕਰੇ, ਮੇਰੇ ਗਲੇ ਦੇ ਵਿੱਚ ਦੁਨੀਆ ਦੇ ਸਭ ਤੋਂ ਕੀਮਤੀ ਬੇਸ਼ੁਮਾਰ ਗਹਿਣੇ ਹੋਣ, ਦੁਨੀਆ ਦਾ ਮਹਿੰਗੀ ਤੋਂ ਮਹਿੰਗੀ ਘੜੀ ਮੇਰੇ ਹੱਥੇ ਹੋਵੇ, ਦੁਨੀਆ ਦਾ ਮਹਿੰਗੇ ਤੋਂ ਮਹਿੰਗਾ ਪਰਫਿਊਮ ਮੇਰੇ ਕੋਲ ਹੋਵੇ, ਦੁਨੀਆ ਦੀ ਮਹਿੰਗੀ ਤੋਂ ਮਹਿੰਗੀ ਹਰ ਕੁਰਸੀ 'ਤੇ ਮੈਂ ਬੈਠਾ ਹੋਵਾਂ, ਮੈਂ ਲੀਡਰ ਬਣਾ, ਮੈਂ ਮਿਨਿਸਟਰ ਬਣਾ, ਨਹੀਂ ਹੋਰ ਕੁਝ ਤੇ ਗੁਰਦੁਆਰੇ ਦਾ ਸੈਕਟਰੀ ਬਣ ਜਾਵਾਂ, ਨਹੀਂ ਤੇ ਪ੍ਰਧਾਨ ਤੇ ਪੱਕਾ ਬਣ ਜਾਵਾਂ। ਜੇ ਪ੍ਰਧਾਨ ਤੇ ਸੈਕਟਰੀ ਨਹੀਂ ਬਣ ਸਕਦਾ, ਖਜ਼ਾਨਚੀ ਤੇ ਮੈਨੂੰ ਬਣਾ ਹੀ ਦੇਣ ਨਾ। ਬਸ ਇਸੇ ਵਾਸਨਾਵਾਂ ਦੇ ਵਿੱਚ ਜੀਵਨ ਚੱਲ ਰਿਹਾ।
ਨਿੱਕੀਆਂ ਨਿੱਕੀਆਂ ਸੰਸਥਾਵਾਂ ਖੋਲ੍ਹ ਕੇ ਆਪਣੀ ਈਗੋ ਨੂੰ ਪੱਠੇ ਪਾਏ ਜਾ ਰਹੇ ਨੇ। ਜੇ ਕਿਸੇ ਸੰਸਥਾ ਦੇ ਨਾਲ ਮੈਂ ਕੰਮ ਕਰ ਰਿਹਾ, ਹੁਣ ਉਸ ਸੰਸਥਾ ਦੇ ਨਾਲ ਮੈਂ ਜਿਹੜਾ ਕੰਮ ਕਰ ਰਿਹਾ ਸੀ, ਮੇਰੀ ਉੱਥੇ ਨਹੀਂ ਚੱਲੀ, ਮੈਨੂੰ ਕੋਈ ਪਦਵੀ ਨਹੀਂ ਮਿਲੀ, ਮੈਂ ਚੁੱਕ ਕੇ ਆਪਣੇ ਨਾਂ ਦੀ ਇੱਕ ਹੋਰ ਨਵੀਂ ਸੰਸਥਾ ਬਣਾ ਲਈ ਆਪਣੀ ਈਗੋ ਨੂੰ ਪੱਠੇ ਪਾਉਣ ਵਾਸਤੇ। ਕਿੰਨੀਆਂ ਸੰਸਥਾਵਾਂ ਨੇ, ਕਿੰਨੀਆਂ ਸੰਪਰਦਾਵਾਂ ਨੇ। ਤੁਸੀਂ ਦੇਖੋ ਕਿੰਨੇ ਡੇਰਿਆਂ ਦੇ ਵਿੱਚੋਂ ਅਨੇਕਾਂ ਡੇਰੇ ਪਣਪ ਗਏ ਨੇ ਵੀ ਮੇਰੇ ਬਾਬਾ ਜੀ ਨੇ ਮੈਨੂੰ ਗੱਦੀ ਨਹੀਂ ਦਿੱਤੀ ਤੇ ਮੈਂ ਹੁਣ ਚੁੱਕ ਕੇ ਨਵਾਂ ਡੇਰਾ ਬਣਾ ਲੈਣਾ ਹੈ। ਇੱਕ ਬੇਅੰਤ ਆ ਮਨੁੱਖ ਦੇ ਅੰਦਰ ਇਹ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਵੇਗ ਇੱਕ ਜਿਸ ਤਰ੍ਹਾਂ ਨਾ ਸਮੁੰਦਰ ਵਾਂਗੂ ਵਗਦਾ ਪਿਆ, ਜਿਹਦੇ ਵਿੱਚ ਇੰਨਾ ਸ਼ੋਰ ਸ਼ਰਾਬਾ ਹੈ, ਇੰਨਾ ਰੌਲਾ ਹੈ ਕਿ ਮਨੁੱਖ ਦੇ ਅੰਦਰ ਬੈਠੇ ਪ੍ਰਮਾਤਮਾ ਦੀ ਸੱਚੀ ਆਵਾਜ਼ ਇਹਦੇ ਕੰਨਾਂ ਤੱਕ ਜਾ ਹੀ ਨਹੀਂ ਰਹੀ। ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਸਾਹਿਬ ਕਹਿੰਦੇ ਕੰਨਾਂ ਤੋਂ ਸੁਣਦਾ ਹੀ ਨਹੀਂ ਗੁਰੂ ਦਾ ਸ਼ਬਦ। ਜਿਹੜੀ ਚੀਜ਼ ਕੰਨਾਂ ਤੋਂ ਸੁਣੀ ਨਹੀਂ ਜਾ ਰਹੀ ਉਹਨੂੰ ਗ੍ਰਹਿਣ ਕਿਵੇਂ ਕਰੇਗਾ? ਜਦ ਤੱਕ ਮੈਂ ਸੁਣ ਹੀ ਨਹੀਂ ਰਿਹਾ। ਇਸੇ ਕਰਕੇ ਗੁਰਦੁਆਰਿਆਂ 'ਚ ਕੀਰਤਨ ਦੀਆਂ ਧੁਨਾਂ ਚੱਲ ਰਹੀਆਂ ਨੇ, ਕੀਰਤਨ ਚੱਲ ਰਿਹਾ ਹੈ, ਕਥਾ ਚੱਲ ਰਹੀ ਹੈ। ਮੇਰੇ ਵੀਰ ਢਾਡੀ ਬਹੁਤ ਪਿਆਰ ਦਾ ਇਤਿਹਾਸ ਸੁਣਾ ਰਹੇ ਨੇ, ਕਵੀਸ਼ਰ ਸੁਣਾ ਰਹੇ ਨੇ, ਪਰ ਜਿਹੜੇ ਸਾਹਮਣੇ ਬੈਠੇ ਉਹਨਾਂ ਦੇ ਕੰਨਾਂ 'ਤੇ ਸਿਰਫ ਧੁਨਾਂ ਚੱਲ ਰਹੀਆਂ ਨੇ, ਵਾਹ ਜੀ ਵਾਹ, ਪਰ ਸਮਝਾਇਆ ਕੀ ਜਾ ਰਿਹਾ ਉਹ ਪੱਲੇ ਨਹੀਂ ਹੈ। ਕਿਉਂਕਿ ਕੰਨਾਂ ਦੇ ਉੱਤੇ ਸ਼ੋਰ ਸ਼ਰਾਬਾ ਮਾਇਆ ਦਾ। ਕੰਨ ਤੇ ਇਹ ਸੁਣਨਾ ਚਾਹੁੰਦੇ ਨੇ, ਮੈਂ ਹੁਣੇ ਢਾਡੀ ਸਾਹਿਬ ਦੇ ਅੱਗੇ, ਢਾਡੀ ਵੀਰ ਦੇ ਅੱਗੇ ਮੈਂ 100 ਰੁਪਇਆ ਰੱਖ ਕੇ ਆਇਆ, ਇਹ ਮੇਰਾ ਨਾਂ ਕਦੋਂ ਬੋਲਦਾ ਹੈ? ਆਹ ਮੈਂ ਕੀਰਤਨੀਏ ਜਥੇ ਦੇ ਅੱਗੇ ਹੁਣੇ ਪਰਚੀ ਰੱਖ ਕੇ ਆਇਆ, ਆਹ ਸ਼ਬਦ ਮੈਨੂੰ ਸੁਣਾ, ਇਹ ਕਦੋਂ ਮੈਨੂੰ ਸ਼ਬਦ ਸੁਣਾਉਂਦਾ ਹੈ? ਆਹ ਕਥਾਵਾਚਕ ਨੂੰ ਮੈਂ ਇਹ ਪਰਚੀ ਰੱਖ ਕੇ ਆਇਆ ਵੀ ਆਹ ਫਲਾਣੇ ਮਨੁੱਖ ਨੇ ਮੈਨੂੰ ਆਹ ਗੱਲ ਕਹੀ ਸੀ। ਇਹ ਕਥਾਵਾਚਕ ਹੁਣ ਆਪਣੀ ਕਥਾ ਦੇ ਵਿੱਚ ਉਹ ਦੂਸਰੇ ਮਨੁੱਖ ਤੇ ਤਵਾ ਕਦੋਂ ਲਾਉਂਦਾ ਹੈ? ਧਿਆਨ ਤੇ ਇੱਥੇ ਹੈ। ਬਾਕੀ ਜਿਹੜੇ ਗੁਰੂ ਦੇ ਸ਼ਬਦ ਨੇ, ਗੁਰੂ ਦਾ ਉਪਦੇਸ਼ ਆ, ਉਹ ਤੇ ਅੰਦਰ ਜਾ ਹੀ ਨਹੀਂ ਰਿਹਾ। ਕਿਉਂਕਿ ਕਾਮ ਨੇ ਸੁਣ ਬੁਣ ਕਰ ਦਿੱਤਾ ਸਾਰਾ ਸਰੀਰ। ਸਤਿਗੁਰੂ ਕਹਿੰਦੇ, ਹੇ ਕਾਮ ਵਾਸ਼ਨਾ ਦੇ ਵਿੱਚ ਖੁੱਭੀ ਹੋਇਆ ਇਹ ਮਨੁੱਖ, ਹੇ ਜੀਵ ਇਸਤਰੀਏ, ਨਿਤ ਕਾਮ ਦੇ ਚਸਕਿਆਂ ਵਿੱਚ ਡੁੱਬੀ ਹੋਈਏ। ਆ ਤੁਸੀਂ ਵੇਖੋ, ਕੱਲ ਇੱਕ ਮੰਤਰੀ ਪੰਜਾਬ ਦਾ ਇਸ ਕਾਮ ਦੇ ਨਸ਼ੇ ਕਰਕੇ ਫੜਿਆ ਗਿਆ। ਆ ਤੁਸੀਂ ਸਰਸੇ ਵਾਲਾ ਸਾਧ ਵੇਖ ਲਓ। ਇਹ ਕਾਮ ਐਸਾ ਵਿਕਾਰ ਆ ਨਾ, ਸੱਚੇ ਪਾਤਸ਼ਾਹ ਨੇ ਇਸੇ ਕਰਕੇ ਕਿਹਾ, ਕਹਿੰਦੇ ਹੇ ਕਾਮੰ ਨਰਕ ਬਿਸ਼ਰਾਮੰ ਅਨਕ ਜੋਨੀ ਪਰਮਾਵਣੇ। ਕਾਮ ਐਸਾ ਰੋਗ ਆ ਨਾ, ਇਹ ਕਾਮ ਮਨੁੱਖ ਨੂੰ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਛੱਡਦਾ। ਇਹ ਐਸਾ ਵਾਸ਼ਨਾ ਹੈ ਤੇ ਵੱਡੇ ਇਹਦੇ ਜਾਲ ਵਿੱਚ ਫਸੇ ਹੋਏ ਨੇ। ਕੁਝ ਕੁ ਸਾਹਮਣੇ ਆ ਗਏ ਨੇ, ਕੁਝ ਕੁ ਨਹੀਂ ਆਏ, ਕੁਝ ਫਸੇ ਹੋਏ ਨੇ। ਇਸੇ ਕਰਕੇ ਇੱਜ਼ਤ ਪਤ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਰੋਜ਼ਾਨਾ ਜਦੋਂ ਸਾਨੂੰ ਗੁਰਮਤਿ ਸਿਖਲਾਈ ਰੋਜ਼ ਦਿੰਦੇ ਆ ਨਾ, ਜਪਜੀ ਸਾਹਿਬ ਦੇ ਪਾਠ ਦੇ ਵਿੱਚ, ਉਹਦੇ ਵਿੱਚ ਬਾਰ-ਬਾਰ ਇਹ ਗੱਲ ਕਹਿੰਦੇ ਜਤ ਪਹਾਰਾਂ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਆਹ ਸ਼ਬਦ ਦੀ ਸੱਚੀ ਟਕਸਾਲ ਵਿੱਚ ਆਹ ਗੁਣ ਤੂੰ ਰੋਜ਼ ਆਪਣੇ ਜੀਵਨ ਦੇ ਵਿੱਚ ਘੜਨੇ ਨੇ। ਨੰਬਰ 1, ਤੂੰ ਜਤ ਸਤ ਦਾ ਧਾਰਨੀ ਹੋਣਾ ਚਾਹੀਦਾ, ਤੇਰਾ ਕਿਰਦਾਰ ਛੋਟਾ ਨਹੀਂ ਹੋਣਾ ਚਾਹੀਦਾ, ਤੂੰ ਕਿਰਦਾਰ ਦਾ ਧਨੀ ਹੋਣਾ ਚਾਹੀਦਾ ਹੈ, ਤੇਰੇ ਅੰਦਰ ਕਾਮ ਨਹੀਂ ਹੋਣਾ ਚਾਹੀਦਾ। ਕਿਉਂਕਿ ਸਤਿਗੁਰੂ ਜੀ ਅੱਜ ਏਡਸ ਦੀਆਂ ਬਿਮਾਰੀਆਂ ਦੀਆਂ ਗੱਲਾਂ ਦੁਨੀਆ ਕਰ ਰਹੀ ਹੈ। ਸਾਹਿਬ ਜੀ ਨੇ ਆਪਣੇ ਸਿੱਖ ਨੂੰ ਉਦਣ ਤੋਂ ਹੀ ਵਰਜ ਦਿੱਤਾ ਸੀ ਕਿ ਮੇਰਾ ਸਿੱਖ ਕਾਮੀ ਨਹੀਂ ਹੋਵੇਗਾ, ਕਿਰਦਾਰ ਤੋਂ ਗਿਰਿਆ ਨਹੀਂ ਹੋਵੇਗਾ। ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਸਤਿਗੁਰੂ ਸਾਹਿਬਾਨ ਤੋਂ ਲੈ ਕੇ ਹਰੀ ਸਿੰਘ ਨਲੂਏ ਤੱਕ ਇੱਕ ਵੀ ਇਤਿਹਾਸ ਦਾ ਪੰਨਾ ਨਹੀਂ ਕਿ ਕੋਈ ਸਿੱਖ ਕਾਮ ਦੇ ਵੇਗ ਵਿੱਚ ਇਤਨਾ ਡੁੱਬ ਗਿਆ ਹੋਵੇ ਕਿ ਉਹ ਕਿਰਦਾਰ ਤੋਂ ਗਿਰ ਗਿਆ ਹੋਵੇ। ਸਗੋਂ ਇਹ ਸਾਖੀਆਂ ਮਿਲਣਗੀਆਂ ਹਰੀ ਸਿੰਘ ਨਲੂਏ ਵਰਗੇ ਦੇ ਜੀਵਨ ਦੇ ਵਿੱਚੋਂ, ਹੋਰ ਗੁਰੂ ਕਿਆਂ ਸਿੱਖਾਂ ਵਿੱਚੋਂ, ਜਿਨ੍ਹਾਂ ਨੇ ਪਰ ਬੇਟੀਆਂ ਦੀਆਂ ਇੱਜ਼ਤਾਂ ਪੱਤਾਂ ਬਚਾਉਣ ਵਾਸਤੇ ਆਪਣੇ ਆਪ ਨੂੰ ਵਾਰ ਦਿੱਤਾ। ਕਿਉਂਕਿ ਗੁਰੂ ਜੀ ਨੇ ਉਹਨਾਂ ਦੇ ਅੰਦਰ ਗੁਰਮਤਿ ਦੀ ਐਸੀ ਗੁੜਤ, ਗੁਰਬਾਣੀ ਦੀ ਐਸੀ ਗੁੜਤੀ ਦੇ ਦਿੱਤੀ ਸੀ, ਗੁਰਮਤ ਦਾ ਐਸਾ ਸਬਕ ਸਿਖਾ ਦਿੱਤਾ ਸੀ, ਗੁਰਮਤ ਦਾ ਐਸਾ ਲੈਸਨ ਉਹਨਾਂ ਨੇ ਰੋਜ਼ ਪੜ੍ਹ ਲਿਆ ਸੀ ਕਿ ਉਹਨਾਂ ਵਿੱਚ ਹੁਣ ਵਿਕਾਰਾਂ ਨੂੰ ਵਸ ਕਰਨ ਦੀ ਸ਼ਕਤੀ ਸੀ। ਤਾਂ ਸਾਹਿਬ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ, ਸੁਣ ਸੁਣ ਕਾਮ ਗਹੇਲੀ ਹੈ, ਕਿਆ ਚੱਲੇ ਬਾਂਹ ਲੁੜਾਏ। ਹੇ ਨਿਤ ਕਾਮ ਵਾਸ਼ਨਾ ਵਿੱਚ ਫਸੀ ਹੋਈ ਜੀਵ ਇਸਤਰੀਏ, ਧਿਆਨ ਲਾ ਕੇ ਇਹ ਗੱਲ ਸੁਣ, ਕੰਨ ਖੋਲ ਕੇ। ਇਤਨੀ ਜ਼ਿੰਦਗੀ ਵਿੱਚ ਕਿਉਂ ਕੇਅਰਲੈਸ ਆ, ਕਿਉਂ ਇੰਨੀ ਲਾਪਰਵਾਹੀ ਕੀਤੀ ਹੋਈ ਹੈ।
अपने जीवन के पंध जिहड़े रस्ते तू तुर रही है, क्यों नहीं इस गल नूं समझदी, क्यों नहीं हे मनुख इस गल नूं समझदा, क्यों नित विकारां दी दलदल दे विच धसदा जा रहा है। वो गुरु तैनूं रोज़ आवाज़ां मारदा है, सतगुरु रोज़ गुरु शब्द नाल तैनूं समझाउंदे ने। वो संभल जा, अपना पिर ना पछाणी, क्या मूँह देसें जाए। आ जे तू जिंदगी दे विच आ जिहड़े स्वार्थ विच तू फसी होई है ना, तू विकारां विच डुੱਬੀ होई है, ते तैनूं चेता रखी तू ऐसी खुब्बी होई है भी तू अपने पति वाहिगुरू नूं पहचानदी नहीं। अज यही तो गल है ना, गुरबाणी की है। बार बार मैं इत्थे गल आप जी नूं कई वारी आप नाल सांझी कीती है। तुसीं देखो, जिस दिन बच्चे की पैदाइश हुई, 9 महीने माता के गर्भ के रेह विच रहा, जिस दिन पैदा होया उस दिन तो ये कन्ना विच एक गल पाई जान लगी, पुत वे मैं तेरी माँ वां, मैं तेरी माँ हूँ। माँ चेते आ गई, माँ ने चेते कराया ये बाप आ दादा है, ये दादी है, ये रिश्तेदार है। साल दे विच बच्चे नूं सारे नाम चेते आ गए, पर कदी वाजा तो नहीं वजाउणा पिया चेते कराउण लई भी माँ नूं चेते कर, बाप नूं चेते कर। कदी तबले नहीं वजाउणे पए चेते कराउण लई भी आ चाचा है, ताया है। पर कमाल दी गल आ, परमात्मा नूं चेते कराउण वास्ते कीर्तन कीता जा रहा है, रब नूं चेते कराउण वास्ते तबले वाजे वजाए जा रहे हैं। चेते कर, पहचान किते, क्योंकि कई बारी मनुख भुल जाता है ना, तो फिर उन्होंने पहचान कराई जाती है भी तू पहचान मैनू मैं कौन आ। तो परमात्मा जी की पहचान गुरु जी करवा रहे, कहते भी पहचान क्यों भुल गई है जीव इस्त्रीए। हुण जीव इस्त्री कहती है भी माया की पट्टी मैं अखां ते बन्नी है, मैनू तो सिर्फ माया ते काम वासनावां दे पदार्थ नज़र आउंदे ने। जिहड़ा मेरे काम नूं पूरा कर देवेगा, मेरियां वासनावां दी पूर्ति कर देवेगा, मेरे वास्ते ते ओही रब आ। इसे करके अज दी दुनिया दे विच मनुख पत्थरां दे पुजारी आ, मनुख मड़ियां मसानां दे पुजारी आ, कबरां दे पुजारी आ, मस्तां दे पुजारी आ, पीरखानियां दे पुजारी आ, डेरेदारां दे पुजारी आ, क्योंकि उन्हां दी मंग ही इत्थे तक है, उन्हां दी मंग ही पदार्थां तक आ। बस इस तो अगे तो तुरना ही नहीं ना चाहुंदे, बस यही चाहुंदे ने जे साडे कामनावां दे जिहड़ियां वासनावां ने ये मुकम्मल हुंदियां रहण। ते सच जाणिओ ये अज डेरेदारां दे कोल आही चीज़ां ने, बस इस तो ज़्यादा कुछ नहीं जे, क्योंकि मनुख इस तो उपर उठना नहीं चाहता। हुण सतगुरु का शब्द इनू उपर चुकना चाहता है। साहिब जी कहते मैं चाहना भी तू परमात्मा नू पहचान लवें, उहदे नाल इकमिक हो जावें। हुण गुरु अमरदास साहिब जी यही कह रहे, कहते अपना पिर ना पछाणही, क्या मूँह दे सैं जाए। तू पहचानदी नहीं, माया दे गलबे विच, माया दे इस काम दे वासनावां विच, काम दे वेग दे विच ऐसी डुੱਬੀ पई है, ऐसी फसी हुई है कि तू पहचानदी नहीं परमात्मा पति अपने नूं, ते नित विकारां दी भाषा बोलदी है। ते चेता रखी तू जेतू हो के इस संसार तो नहीं जावेंगी, हार के जावेंगी। ते हारे होए नूं गुरु नानक साहिब जी महाराज जी प्रवान नहीं करते। गुरु दा सिख ते मन जीता, जगजीत दी कसवटी ते चलदा है। गुरु दी मत ते चल के बाहां उड़ा के बाहां उलार के जाना है। विच दुनिया सेवक कमाईए तां दरगे बैसन पाईए। तो सब कहते नानक बाहां लुड़ाईए, बाहां उलार के जेतू बन के विक्टर बन के जाना है कि मैं जिंदगी दी बाजी नूं गुरु दे हुक्मां ते चल के इस इंसानियत दे जीवन नूं जीविया है, मनुखां दे जीवन नूं जीविया है। मैं उस महान गुरु नानक साहिब जी महाराज जी दा सिख हां, जिस मेरे सतगुरु जी ने मेरे अंदर गुरु दे गुण पाके, गुरमत दे प्यार पाके, चंगे गुण अकाल पुरख दे पाके मैनू जिउंदियां जी मुक्त करके अकाल पुरख नाल मिला दिता है। पर साहिब कहंदे अवगुण दे विच डुੱਬੀ हुई है जीव इस्त्री, इस गल दी पहचान ही नहीं करती। अपना पिर ना पछाणी, क्या मूँह देसे जाए। की मूँह लैके अगे जावेगी, किहड़ा मूँह विखावेगी रब नूं, किस मूँह दे, क्योंकि इस मूँह दे उत्ते ते नित विकारां दीयां चोटां पईयां होईयां ने। ਇਹਦੇ ਉੱਪਰ ਤੇ ਨਿਤ ਵਿਕਾਰਾਂ ਦੀਆਂ ਚੋਟਾਂ ਪਈਆਂ ਹੋਈਆਂ, ਈਰਖਾ ਦੀਆਂ, ਲੋਭ ਦੀਆਂ ਤਿਉੜੀਆਂ ਮੱਥੇ ਤੇ ਨਜ਼ਰ ਆਉਂਦੀਆਂ ਨੇ, ਤੇ ਮੂੰਹ ਕਾਲਾ ਕੀਤਾ ਹੋਇਆ ਇਸਨੇ। ਜਿਨੀ ਸਖੀ ਕੰਤ ਪਛਾਣਿਆ, ਹੋ ਤਿਨ ਕੈ ਲਾਗੋਂ ਪਾਏ। ਸਾਹਿਬ ਜੀ ਕਹਿੰਦੇ ਜਿਨ੍ਹਾਂ ਮੇਰੀਆਂ ਸਖੀਆਂ ਜੀਵ ਇਸਤਰੀਆਂ ਨੇ,
ਹੁਣ ਇਹਦੇ ਵਿੱਚ ਬਾਰ-ਬਾਰ ਸ਼ਬਦ ਜੀਵ ਇਸਤਰੀ ਆ ਰਿਹਾ, ਪਤਾ ਕਿਉਂ? ਇਸਤਰੀ ਲਿੰਗ ਦੇ ਵਿੱਚ, ਫੈਮਿਨਿਨ ਦੇ ਵਿੱਚ ਸਾਰਾ ਸ਼ਬਦ ਆ। ਪੁਰਖ ਪ੍ਰਮਾਤਮਾ ਹੈ ਤੇ ਸਤਿਗੁਰੂ ਜੀ ਪੁਰਖ ਪ੍ਰਮਾਤਮਾ ਵਾਹਿਗੁਰੂ ਪਤੀ ਨਾਲ ਮਿਲਣ ਦੀ ਗੱਲ ਇਸ ਜੀਵ ਇਸਤਰੀ ਨੂੰ ਸਮਝਾ ਰਹੇ ਆ। ਸਾਡੇ ਸਾਰਿਆਂ ਵਿੱਚ ਜਿਹੜੀ ਆਤਮਾ ਬੈਠੀ ਹੈ ਉਹ ਫੈਮਿਨਾਈਨ ਆ, ਤੇ ਆਤਮਾ ਰੂਪੀ ਜੀਵ ਇਸਤਰੀ ਪਤੀ ਪ੍ਰਮਾਤਮਾ ਨਾਲ ਮਿਲਾਪ ਕਰਨ ਵਾਸਤੇ ਇਹ ਜੀਵਨ ਮਿਲਿਆ। ਤੋ ਸਭ ਕਹਿੰਦੇ ਜਿਨੀ ਸਖੀ ਕੰਤ ਪਛਾਣਿਆ, ਹੋਂ ਤਿਨ ਕੈ ਲਾਗੋਂ ਪਾਏ। ਜਿਨ੍ਹਾਂ ਮੇਰੀਆਂ ਸਤਸੰਗੀ ਸਖੀਆਂ ਨੇ, ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਖਸਮ ਪਤੀ ਪ੍ਰਮਾਤਮਾ ਦੀ ਪਹਿਚਾਣ ਕਰ ਲਈ ਹੈ, ਜਾਣ ਪਹਿਚਾਣ ਰੱਖ ਲਈ ਹੈ, ਹੋਂ ਤਿਨ ਕੈ ਲਾਗੋਂ ਪਾਏ। ਸਭ ਕਹਿੰਦੇ ਮੈਂ ਬੜੇ ਅਦਬ ਸਤਿਕਾਰ ਨਾਲ ਇਹੋ ਜੀਆਂ ਗੁਰੂ ਜੀ ਦੀਆਂ ਸਖੀਆਂ ਜੀਵ ਇਸਤਰੀਆਂ ਦੇ ਨਾਲ ਮੈਂ ਨਮਨ ਕਰਦਾ, ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦਾ ਅਤ ਨਿਮਰਤਾ ਤੇ ਪ੍ਰੇਮ ਦੇ ਨਾਲ ਉਹਨਾਂ ਤੋਂ ਮੁਬਾਰਕ ਜਾਨਾ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੱਚ ਨਾਲ ਜੋੜ ਲਿਆ ਹੈ। ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ। ਸਭ ਕਹਿੰਦੇ ਮੇਰਾ ਵੀ ਚਿੱਤ ਕਰਦਾ ਹੈ ਕਿ ਮੇਰੇ ਅੰਦਰ ਵੀ ਉਹ ਸੱਚ ਪ੍ਰਮਾਤਮਾ ਦਾ ਪ੍ਰੇਮ ਇਕੱਠਾ ਹੋ ਜਾਵੇ, ਤੇ ਮੈਂ ਸਦਾ ਵਾਸਤੇ ਐਸੇ ਗੁਰੂ ਦੀ ਸਤ ਸੰਗਤ ਵਿੱਚ ਜੁੜੀਆਂ ਹੋਈਆਂ ਉਹਨਾਂ ਸਖੀਆਂ ਸਹੇਲੀਆਂ ਜੀਵ ਇਸਤਰੀਆਂ ਦੇ ਨਾਲ ਲੱਗੀ ਰਵਾਂ, ਤੇ ਉਹਨਾਂ ਵਰਗਾ ਆਪਣਾ ਜੀਵਨ ਬਣਾ ਲਵਾਂ ਜੋ ਨਿਤ ਗੁਰੂ ਦੀ ਮੱਤ ਤੇ ਚੱਲ ਕੇ ਸੱਚ ਦੇ ਸੌਦੇ ਨੂੰ ਆਪਣੇ ਹਿਰਦੇ ਅੰਦਰ ਇਕੱਠਾ ਕਰਦੀਆਂ ਨੇ, ਤੇ ਜਿਨ੍ਹਾਂ ਨੇ ਮਾੜੇ ਕਰਮਾਂ ਤੋਂ, ਮਾੜੇ ਕੰਮਾਂ ਤੋਂ, ਵਿਕਾਰਾਂ ਤੋਂ, ਗੰਦਗੀ ਤੋਂ ਤੋਬਾ ਕਰ ਲਈ ਹੈ, ਹੁਣ ਨਿਤ ਆਪਣੇ ਹਿਰਦੇ ਘਰ ਨੂੰ ਉਹ ਨਿਰਮਲ ਤੇ ਪਵਿੱਤਰ ਕਰਕੇ ਰੱਖਦੀਆਂ ਹਨ। ਮੁੰਦੇ ਕੂੜ ਮੁੱਠੀ ਕੁੜਿਆਰ, ਹੇ ਆਪਣੇ ਮਤ ਦੇ ਪਿੱਛੇ ਤੁਰਨ ਵਾਲੀ ਇਹ ਜੀਵ ਇਸਤਰੀਏ, ਨਿਤ ਮਾਇਆ ਦੇ ਹੱਥ ਤੋਂ ਠੱਗਣ ਵਾਲੀਏ, ਨਿਤ ਕੂੜ ਕਬਾੜੇ ਦੀ ਜ਼ਿੰਦਗੀ ਜਿਉਣ ਵਾਲੀਏ, ਇਹ ਕਿਉਂ ਭੁੱਲਦੀ ਜਾ ਰਹੀ ਹੈ ਕਿ ਇਸ ਮਾਇਆ ਦੇ, ਇਸ ਕਾਮ ਦੇ, ਇਸ ਵਿਕਾਰਾਂ ਦੀ, ਝੂਠ ਦੀ, ਇਸ ਵਪਾਰ ਨੇ ਤੈਨੂੰ ਪ੍ਰਮਾਤਮਾ ਪਤੀ ਤੋਂ ਦੂਰ ਕਰ ਦਿੱਤਾ ਹੈ। ਤੂੰ ਨਿਤ ਕੂੜ ਵਿਹਾਜ ਰਹੀ ਹੈ, ਕੂੜ ਇਕੱਠਾ ਕਰ ਰਹੀ ਹੈ। ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਉਹ ਸਦਾ ਥਿਰ ਰਹਿਣ ਵਾਲਾ ਜਿਹੜਾ ਸੋਹਣਾ ਪ੍ਰਭੂ ਪਤੀ ਆ ਨਾ, ਉਹ ਆ ਕੂੜ ਕਬਾੜੇ ਨਾਲ ਤੈਨੂੰ ਨਹੀਂ ਮਿਲਣਾ। ਜੇ ਤੂੰ ਉਹਨੂੰ ਮਿਲਣਾ ਚਾਹੁੰਦੀ ਹੈ, ਜੇ ਸੋਹਣੇ ਪਤੀ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋਣਾ ਚਾਹੁੰਦੀ ਹੈ, ਫਿਰ ਕਰ ਕੀ? ਪਾਈਐ ਗੁਰੂ ਵਿਚਾਰ। ਗੁਰੂ ਦੀ ਮੱਤ ਤੇ ਤੁਰ, ਗੁਰੂ ਦੇ ਹੁਕਮ ਤੇ ਤੁਰ, ਗੁਰੂ ਜੀ ਦੀ ਵਿਚਾਰ, ਗੁਰੂ ਦੇ ਉਪਦੇਸ਼ਾਂ ਨੂੰ ਜੀਵਨ ਦੇ ਵਿੱਚ ਫੋਲੋ ਕਰ, ਫਿਰ ਤੂੰ ਉਸ ਸੋਹਣੇ ਪਤੀ ਪ੍ਰਮਾਤਮਾ ਦੇ ਘਰ ਵਿੱਚ ਮਿਲ ਜਾਵੇਂਗੀ। ਅਗਲੀਆਂ ਪੰਕਤੀਆਂ, ਮਨਮੁਖ ਕੰਤ ਨਾ ਪਛਾਣੈ, ਤਿਨ ਕਿਉਂ ਰਹਿਣ ਵਿਹਾਏ। ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ ਇਸਤਰੀਆਂ ਨੂੰ ਨਾ ਪਹਿਚਾਣੀ, ਨਾ ਪਹਿਚਾਣੇ ਜਾਣ, ਨਾ ਪਹਿਚਾਣ ਹੁੰਦੀ ਹੈ। ਤਿਨ ਕਿਉਂ ਰਹਿਣ ਵਿਹਾਏ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕਿਵੇਂ ਲੰਘਦੀ ਹੈ। ਸਭ ਜੀ ਕਹਿੰਦੇ ਮੈਂ ਤਰਸਦਾ ਹਾਂ, ਹੈਰਾਨ ਹੁੰਦਾ ਹਾਂ ਇਹ ਗੱਲ ਸੋਚ ਕੇ ਕਿ ਜਿਹੜੀਆਂ ਜੀਵ ਇਸਤਰੀਆਂ ਆਪਣੀ ਮਨ ਦੀ ਮੱਤ ਪਿੱਛੇ ਲੱਗੀਆਂ ਹੋਈਆਂ ਨੇ, ਜੋ ਪ੍ਰਮਾਤਮਾ ਪਤੀ ਤੋਂ ਦੂਰੀ ਪਾ ਕੇ ਬੈਠੀਆਂ ਨੇ, ਜੋ ਇਹ ਸੋਚਦੀਆਂ ਪਈਆਂ ਨੇ, ਅਹੰਕਾਰ ਤੇ ਈਗੋ ਦੇ ਵਿੱਚ ਡੁੱਬੀਆਂ ਹੋਈਆਂ ਕਿ ਸ਼ਾਇਦ ਅਸੀਂ ਹੀ ਇਹ ਸਾਰੇ ਸੰਸਾਰ ਨੂੰ ਆਪਣੇ ਸਿਰ ਤੇ ਚੁੱਕ ਕੇ ਰੱਖਿਆ ਹੈ, ਸ਼ਾਇਦ ਅਸੀਂ ਹੀ ਦੁਨੀਆ ਦੇ ਵਾਹਿਦ ਇੱਕ ਐਸੀਆਂ ਸਿਆਣੀਆਂ ਵਾਂ, ਹੋਰ ਬਾਕੀ ਸਾਰੇ ਮੂਰਖ ਆ। ਸਭ ਕਹਿੰਦੇ ਐਸੀਆਂ ਮਨ ਦੀ ਮੱਤ ਪਿੱਛੇ ਲੱਗਣ ਵਾਲੀਆਂ ਜੀਵ ਇਸਤਰੀਆਂ, ਮੈਂ ਹੈਰਾਨ ਆ ਆਪਣੀ ਜ਼ਿੰਦਗੀ ਵਿੱਚ ਕਿਵੇਂ ਜਿਉਂਦੀਆਂ ਹੋਣਗੀਆਂ, ਜਿਨ੍ਹਾਂ ਦਾ ਆਸਰਾ ਪਤੀ ਪ੍ਰਮਾਤਮਾ ਦੀ ਪਹਿਚਾਣ ਹੀ ਜਿਨ੍ਹਾਂ ਨੂੰ ਨਹੀਂ, ਜੋ ਪਤੀ ਵਿਹੂਣਾ ਜੀਵਨ ਜਿਉ ਰਹੀਆਂ ਨੇ, ਇਹ ਕਿਵੇਂ ਆਪਣੀ ਜ਼ਿੰਦਗੀ ਰੂਪੀ ਰਾਤ ਵਿੱਚ ਟਿਕਦੀਆਂ ਹੋਣਗੀਆਂ, ਇਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉਂਦੀਆਂ ਹੋਣਗੀਆਂ। ਸਭ ਕਹਿੰਦੇ ਮੈਨੂੰ ਤੇ ਲੱਗਦਾ ਦੁਖੀ ਤੇ ਪਰੇਸ਼ਾਨ ਤੇ ਵਿਪਤਾ ਦੇ ਵਿੱਚ ਮਰੀਆਂ ਹੋਈਆਂ ਨੇ, ਕਿਉਂਕਿ ਜਿਹੜੇ ਆਪਣੇ ਪਤੀ ਪ੍ਰਮਾਤਮਾ ਨੂੰ ਨਹੀਂ ਰਿਝਾ ਸਕੀਆਂ ਤੇ ਪ੍ਰਮਾਤਮਾ ਪਤੀ ਤੋਂ ਦੂਰੀ ਪਾ ਕੇ ਇਹ ਬਾਹਰ ਦੇ ਕਰਮ ਕਾਂਡਾਂ ਤੇ ਬਾਹਰ ਦੇ ਸ਼ਿੰਗਾਰਾਂ ਤੋਂ ਇਹ ਸੋਚਦੀਆਂ ਨੇ ਕਿ ਪਤੀ ਰਿਝ ਜਾਵੇਗਾ। ਸਭ ਜੀ ਕਹਿੰਦੇ ਪ੍ਰਮਾਤਮਾ ਪਤੀ ਐਸੀਆਂ ਛੁੱਟੜ, ਐਸੀਆਂ ਵਿਕਾਰੀ,
ਐਸੀਆਂ ਆਪਣੀ ਮਨ ਦੀ ਮੱਤ ਪਿੱਛੇ ਲੱਗਣ ਵਾਲੀਆਂ ਜੀਵ ਇਸਤਰੀਆਂ ਨਾਲ ਸਾਂਝ ਨਹੀਂ ਪਾਉਂਦਾ, ਕਿਉਂਕਿ ਉਹ ਤੇ ਸੱਚ ਦਾ ਵਿਹਾਜੀ ਹੈ, ਸੱਚ ਦਾ ਵਪਾਰੀ ਹੈ, ਉਹਨੂੰ ਸੱਚ ਚੰਗਾ ਲੱਗਦਾ ਹੈ। ਗਰਭ ਅਟੀਆਂ ਤ੍ਰਿਸ਼ਨਾ ਜਲੈ, ਦੁੱਖ ਪਾਵੈ ਦੂਜੈ ਭਾਏ। ਗਰਭ ਦਾ ਅਰਥ ਹੈ ਅਹੰਕਾਰ ਦੇ ਵਿੱਚ, ਅਟੀਆਂ ਦਾ ਅਰਥ ਆ ਨੱਕੋ ਨੱਕ ਭਰੀਆਂ। ਅਟੀਆਂ ਦਾ ਅਰਥ ਆ ਕੰਢੇ ਤੱਕ, ਬਿਲਕੁਲ ਐਨ ਸਿਰੇ ਤੱਕ, ਬਾਟਮ ਤੋਂ ਲੈ ਕੇ ਉੱਪਰ ਤੱਕ ਬਿਲਕੁਲ ਭਰੀਆਂ ਪਈਆਂ ਨੇ। ਕਿਹਦੇ ਵਿੱਚ? ਅਹੰਕਾਰ ਦੇ ਵਿੱਚ। ਸਾਹਿਬ ਕਹਿੰਦੇ ਇਹਨਾਂ ਦੇ ਕੋਲ ਕਿਤੇ ਬਹਿ ਕੇ ਵੇਖ ਲਓ, ਕਿਤੇ ਮਨ ਦੀ ਮੱਤ ਪਿੱਛੇ ਲੱਗਣ ਵਾਲੀਆਂ ਜਿਹੜੀਆਂ ਜੀਵ ਇਸਤਰੀਆਂ, ਜਿਹੜੇ ਮਨੁੱਖ ਨੇ, ਸਾਹਿਬ ਕਹਿੰਦੇ ਨੱਕੋ ਨੱਕ ਅਹੰਕਾਰ ਨਾਲ ਭਰੇ ਪਏ ਨੇ। ਪ੍ਰਤੀਕ ਮਾਤਰ ਵੀ ਕਿਤੇ ਨਿਮਰਤਾ ਤੇ ਪ੍ਰੇਮ ਦੀ ਭਾਸ਼ਾ ਨਹੀਂ ਇਹਨਾਂ ਦੀ। ਤੁਸੀਂ ਕਦੀ ਦੇਖਣਾ ਮਨੁੱਖਾਂ ਕੋਲ, ਐਸਿਆਂ ਕੋਲ ਬਹਿ ਕੇ ਜਿਹੜੇ ਮੈਂ ਦੇ ਮਰੇ ਹੋਏ ਆ ਨਾ, ਬੜੇ ਆਕੜ ਕੇ ਗੱਲ ਕਰਨਗੇ। ਮੈਂ ਤੇ ਨਾ ਕੱਲ ਉੱਥੇ ਉਹਦੀ ਪੱਗ ਲਾਹ ਦਿੱਤੀ। ਆ ਤੁਸੀਂ ਦੇਖਿਓ ਕਈ ਵਾਰੀ ਨਾ ਲੋਕਾਂ ਨੂੰ ਸੁਣ ਕੇ ਜਿਹੜੇ ਚੰਗੇ ਪ੍ਰਚਾਰਕਾਂ ਦੇ ਦੀਵਾਨਾਂ ਵਿੱਚ ਜਾ ਕੇ ਉਲ ਜਲੂਲ ਬੋਲਦੇ ਨੇ, ਇਹ ਨਾ ਕੀਰਤਨ ਸੁਣ ਜਾਂਦੇ ਨੇ, ਨਾ ਇਹਨਾਂ ਨੂੰ ਕਥਾ ਨਾ ਗੁਰਬਾਣੀ ਨਾਲ ਕੋਈ ਲੈਣਾ ਦੇਣਾ ਹੈ। ਇਹ ਸਿਰਫ ਤੇ ਸਿਰਫ ਆਪਣੀ ਈਗੋ ਨੂੰ ਪੱਠੇ ਪਾਉਣ ਜਾਂਦੇ ਨੇ ਬਸ। ਤੇ ਉੱਥੇ ਜਾ ਕੇ ਜਦੋਂ ਹੜਦਮ ਮਚਾਉਂਦੇ ਆ ਨਾ, ਫਿਰ ਇਹਨਾਂ ਨੂੰ ਰੱਤਿਕ ਮਾਤਰ ਇਹਨਾਂ ਬੇਸ਼ਰਮਾਂ ਨੂੰ ਸ਼ਰਮ ਵੀ ਨਹੀਂ ਹੈਗੀ। ਤੇ ਕਿਤੇ ਇਹਨਾਂ ਦੀ ਗੱਲਾਂ ਸੁਣਿਓ ਫਿਰ ਕਿਤੇ, ਮੈਂ ਤੇ ਉਹਦੀ ਪੱਗ ਨੂੰ ਹੱਥ ਪਾ ਹੀ ਲਿਆ, ਲਾਹਤੀ ਉਹਦੀ ਪੱਗ ਉੱਥੇ ਹੀ। ਮੈਂ ਤੇ ਉਹ ਢੰਡਰੀਆਂ ਵਾਲੇ ਦੇ ਸਾਹਮਣੇ ਬਹਿ ਕੇ ਗੱਲ ਕਹੀ, ਮੈਂ ਤੇ ਉਹ ਫਲਾਣੇ ਪ੍ਰਚਾਰਕ ਨੂੰ ਕਥਾ ਨਹੀਂ ਕਰਨ ਦਿੱਤੀ। ਬਸ ਆਹੀ ਆ, ਹੋਰ ਕੁਝ ਨਹੀਂ ਇਹਨਾਂ ਕੋਲ, ਆਹੀ ਆ ਬਸ। ਹੁਣ ਇਹੋ ਜਿਹੀਆਂ ਜਿਹੜੀਆਂ ਨੇ ਪਾਏ ਇਹਨਾਂ ਨੇ ਬਾਣੇ ਨੇ ਸਿੱਖੀ ਦੇ, ਦਾਅਵਾ ਇਹ ਕਰਦੀਆਂ ਨੇ ਕਿ ਪਤੀ ਪ੍ਰਮਾਤਮਾ ਸਾਡੀ ਸੇਜਾ ਤੇ ਹੀ ਰਹਿੰਦਾ ਹੈ, ਅਸੀਂ ਹਾਂ ਬਸ ਰੱਬ ਵਾਲੀਆਂ, ਬਾਕੀ ਤੇ ਸਾਰੇ ਐਵੇਂ ਤੁਰੀਆਂ ਫਿਰਦੀਆਂ ਨੇ। ਤੇ ਸਤਿਗੁਰੂ ਕਹਿੰਦੇ ਜੀਵਨ ਵੇਖੋ ਕਿਤੇ ਇਹਨਾਂ ਦਾ ਨੱਕੋ ਨੱਕ ਅਹੰਕਾਰ ਨਾਲ ਭਰੀਆਂ ਪਈਆਂ ਨੇ। ਕਿਉਂਕਿ ਜਿਹਦੇ ਅੰਦਰ ਗੁਰਬਾਣੀ ਵਸ ਗਈ ਨਾ ਵੀਰ ਮੇਰਿਓ, ਜਿਹਦੇ ਅੰਦਰ ਗੁਰੂ ਦੀ ਮੱਤ ਵਸ ਗਈ, ਜੋ ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ, ਉਹਦੀ ਬੋਲੀ ਵਿੱਚ ਅਹੰਗ ਨਹੀਂ ਹੋਵੇਗਾ, ਉਹਦੀ ਬੋਲੀ ਵਿੱਚ ਕੂੜ ਕਬਾੜਾ ਨਹੀਂ ਹੋਵੇਗਾ, ਉਹਦੀ ਬੋਲੀ ਵਿੱਚ ਨਫ਼ਰਤ ਨਹੀਂ ਹੋਵੇਗੀ, ਉਹਦੀ ਬੋਲੀ, ਉਹ ਕਿਸੇ ਦੀ ਪੱਗ ਨਹੀਂ ਲਾਵੇਗਾ, ਪੱਗ ਸਿਰ ਤੇ ਰੱਖੇਗਾ। ਵਿਚਾਰਾਂ ਦਾ ਤਾਲਮੇਲ ਨਹੀਂ ਹੈਗਾ, ਕੋਈ ਗੱਲ ਨਹੀਂ, ਜ਼ਰੂਰੀ ਨਹੀਂ ਕਿ ਵਿਚਾਰਾਂ ਦਾ ਤਾਲਮੇਲ ਹੋਵੇ। ਜੇ ਨਹੀਂ ਹੈਗਾ ਤੇ ਆਪਣੇ ਘਰ ਬਹਿ ਜਾਓ, ਕੀ ਲੋੜ ਪਈ ਹੈ ਸਾਨੂੰ ਕਿਸੇ ਦੇ ਕੋਲ ਜਾ ਕੇ ਸਿਰ ਮਾਰਨ ਦੀ। ਪਰ ਕਿਤਨਾ 10 ਬੰਦੇ 5-6 ਬੰਦਿਆਂ ਨੇ ਊਲ ਜਲੂਲ, ਸੰਗਤ ਨਹੀਂ ਜੀ ਸੁਣਨਾ ਚਾਹੁੰਦੀ। ਸੰਗਤ ਉਹੀ ਹਜ਼ਾਰਾਂ ਦੀ ਗਿਣਤੀ 'ਚ ਬਹਿ ਕੇ ਸੁਣਦੀ ਹੈ। ਸੰਗਤ ਨੂੰ ਕਿਤੇ ਪੁੱਛ ਕੇ ਵੇਖੋ, ਪਰ ਗੁੰਮਰਾਹ ਕੁਨ ਪ੍ਰਚਾਰ ਹੈ। ਇਹ ਸੋਚਦੀਆਂ ਇਹ ਹੈ ਕਿ ਸ਼ਾਇਦ ਅਸੀਂ ਸੱਚੀਆਂ ਵਾਂ। ਤੋ ਸਾਹਿਬ ਕਹਿੰਦੇ ਗਰਭ ਅਟੀਆਂ ਤ੍ਰਿਸ਼ਨਾ ਜਲੈ, ਦੁੱਖ ਪਾਵੈ ਦੂਜੈ ਪਾਏ। ਅਹੰਕਾਰ ਦੇ ਵਿੱਚ ਡੁੱਬੀਆਂ ਹੋਈਆਂ ਨੇ, ਨੱਕੋ ਨੱਕ ਭਰੀਆਂ ਹੋਈਆਂ ਨੇ। ਪੁੱਛ ਕੇ ਵੇਖ ਲਓ, ਸਿਰਫ ਅਹੰਕਾਰ ਹੀ ਅਹੰਕਾਰ ਕੋਲਿਆ ਤ੍ਰਿਸ਼ਨਾ ਜਲੈ, ਤੇ ਨਿਤ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੀਆਂ ਬਲਦੀਆਂ ਨੇ। ਦੁੱਖ ਪਾਵੈ, ਸੁੱਖ ਨਹੀਂ ਪਾਉਂਦੀਆਂ। ਹਰ ਪਲ ਹਰ ਘੜੀ ਬੇਪਤੀ ਤੇ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਹੀ ਨੇ। ਕਿਉਂ? ਦੂਜੇ ਪਾਏ, ਕਿਉਂਕਿ ਪ੍ਰਮਾਤਮਾ ਰੂਪੀ ਪਤੀ ਦੇ ਨਾਲ ਪ੍ਰੇਮ ਨਹੀਂ, ਹੋਰ ਆਲੇ ਦੁਆਲੇ ਪਿਆਰ ਪਾ ਕੇ ਬੈਠੀ ਹੈ। ਹੁਣ ਚੇਤਾ ਰੱਖਿਓ, ਜਿਹੜੀ ਔਰਤ ਆਪਣੇ ਪਤੀ ਦੇ ਨਾਲ ਬੇਵਫਾਈ ਕਰੇ ਤੇ ਕਿਤੇ ਹੋਰ ਜਾ ਕੇ ਰੰਗ ਰਲੀਆਂ ਮਨਾਵੇ, ਕੀ ਐਸੀ ਔਰਤ ਜੀਵ ਇਸਤਰੀ ਸੱਚ ਦਾ ਸਾਹਮਣਾ ਕਰ ਸਕਦੀ ਹੈ? ਕੱਲ ਨੂੰ ਜਦੋਂ ਉਹਦੀ ਭਰੇ ਦਰਬਾਰ, ਭਰੇ ਸੰਸਾਰ ਵਿੱਚ ਬੇਪਤੀ ਹੋਵੇਗੀ, ਕਿੱਥੇ ਮੂੰਹ ਵਿਖਾਵੇਗੀ? ਐਸੀ ਹੀ ਇਹ ਜੀਵ ਇਸਤਰੀ ਦੀ ਬਾਤ ਆ, ਜਿਹੜੇ ਪਤੀ ਪ੍ਰਮਾਤਮਾ ਨੂੰ ਵਿਸਾਰ ਕੇ ਪਹਿਲਾ ਪਿਆਰ ਨਿਰੰਕਾਰ ਪਤੀ ਦਾ ਛੱਡ ਕੇ ਤੇ ਮਾਇਆ ਨੂੰ ਆਪਣਾ ਪਤੀ ਬਣਾ ਕੇ ਬੈਠੀ ਹੈ, ਤੇ ਨਿਤ ਮਾਇਆ ਦੀ ਬੋਲੀ, ਮਾਇਆ ਦੀ ਭਾਸ਼ਾ ਬੋਲ ਰਹੀ ਹੈ। ਇਹ ਸੋਚਦੀ ਹੈ ਸ਼ਾਇਦ ਮਾਇਆ ਮੇਰੀ ਆਪਣੀ ਹੈ। ਜੀਵ ਇਸਤਰੀ, ਪਤਾ ਇਹ ਸੰਸਾਰੀ ਜੀਵ ਇਸਤਰੀ ਕੀ ਸੋਚਦੀ ਹੈ? ਇਹ ਮਾਇਆ ਹੁਣ ਮੇਰੀ ਆਪਣੀ ਹੈ, ਪਦਾਰਥ ਮੇਰੇ ਆਪਣੇ ਆ। ਸਤਿਗੁਰੂ ਜੀ ਨੇ ਬਾਣੀ 'ਚ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਜਿਸ ਔਰਤ ਦੇ ਨਾਲ, ਮਾਇਆ ਦੇ ਨਾਲ ਤੂੰ ਆਪਣੀ ਸਮਝ ਕੇ ਬੈਠਾ ਸੀ ਨਾ, ਜਿੱਦਣ ਤੂੰ ਇਸ ਧਰਤੀ ਤੋਂ ਮਰ ਗਿਓ, ਇਹਨੇ ਤੇਰੇ ਨਾਲ ਨਹੀਂ ਜਾਣਾ, ਇਹਨੇ ਹੋਰ ਪਤੀ ਕਰ ਲੈਣਾ। ਪਹਿਲਾਂ ਇਹ ਤੇਰੇ ਘਰ ਬੈਠੀ ਸੀ, ਬਾਅਦ 'ਚ ਇਹਨੇ ਤੇਰੇ ਪੁੱਤ ਦੇ ਘਰ ਬਹਿ ਜਾਣਾ। ਇਹ ਮਾਇਆ ਰੂਪੀ ਪਤਨੀ ਐਸੀ ਹੈ। ਸਭ ਕਹਿੰਦੇ ਐਸੀ ਹੈ। ਇਸ ਰਖਵਾਰਾ ਔਰੋਂ ਹੋਵੇ, ਕਹਿੰਦੇ ਮੈਂ ਦੁਨੀਆ ਵਿੱਚ ਇੱਕ ਔਰਤ ਵੇਖੀ ਹੈ, ਸਭ ਕਹਿੰਦੇ
पति मरदा है, खसम मरै तो नार ना रोवै। ऐसा मैं देखिया कि उधरों पति जिस परमात्मा जिस नूं ये अपना पति समझ के बैठी सी, माया दे नाल ये मनुख तुरिया होया सी, माया दी बोली बोलदा सी, कहंदे अज मरिया पिया है। पर उस दिन ही ये माया रूपी नागणी ऐसी है, उस पति दा घर छड्ड के हुण किहदे घर बह जांदी है। बाप मरिया पिया चिखा ते है ते पुੱਤ ਨੂੰ अंदर पई हुई है भी मेरी जमीन क्यों नहीं वंडी मेरे बाप ने, आ सोना किन्ना क्यों नहीं वंडिया, आ फलाना क्यों नहीं वंडिया मेरे नाल मेरे बाप ने। हुण की होया, उस रखवारा औरों होवे। इस माया दी राखी दा पति हुण कौन बन गया, पुत्र बन गया। सतगुरु कहंदे इहो जिहा रिश्ता है। दूजा भाए गर्भ अटियां तृष्णा जलै, दुख पावै दूजै भाए। अहंकार दे नाल नक्को नक भरियां ये जीव इस्त्रियां नित तृष्णा दे विच सड़दियां हन ते नित दुखी ते परेशान हुंदियां हन। क्यों? क्योंकि परमात्मा रूपी वाहिगुरू रूपी पति तो विछड़ियां होईयां ने ते होर दे होर माइक पदार्थां दे प्रेम दे विच डुੱਬੀਆਂ होईयां ने। शब्द रतियां सोहागणी तिने विचों हौमे जाए। शब्द रतियां शब्द दे विच रंगियां होईयां, सुहागणी सुहाग वालियां। ਜਿਹੜੀਆਂ ਸੁਹਾਗਣੀਆਂ ਭਾਵ ਜਿਹੜੀਆਂ ਜੀਵ ਇਸਤਰੀਆਂ ਨੇ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਲ ਲਾਵਾਂ ਲੈ ਲੀਆਂ ਨੇ, ਭਾਵ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਲ। ਸ਼ਬਦ ਰਤੀਆਂ ਉਹ ਸਦਾ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ਾਂ ਦੇ ਵਿੱਚ ਰੰਗੀਆਂ ਰਹਿੰਦੀਆਂ ਨੇ। ਤਿੰਨ ਵਿੱਚੋਂ ਹਉਮੈ ਜਾਏ, ਉਹਨਾਂ ਦੇ ਵਿੱਚੋਂ ਈਗੋ ਮੈਂ ਹਉਮੈ ਨਾਂ ਦੀ ਚੀਜ਼ ਕੋਈ ਨਹੀਂ ਰਹਿੰਦੀ। ਉਹ ਨਿਮਰਤਾ ਤੇ ਪ੍ਰੇਮ ਦੇ ਵਿੱਚ ਆ ਜਾਂਦੀਆਂ ਨੇ। ਸਦਾ ਪਿਰ ਰਾਵੈ ਆਪਣਾ ਤਿੰਨਾ ਸੁਖ ਹੈ ਸੁਖ ਵਿਹਾਏ। ਉਹ ਸਦਾ ਆਪਣੇ ਪ੍ਰਭੂ ਪਤੀ ਦੇ ਨਾਲ ਮਿਲੀਆਂ ਰਹਿੰਦੀਆਂ ਹਨ। ਸਦਾ ਪਿਰ ਰਾਵੈ ਆਪਣਾ, ਉਹ ਸਦਾ ਵਾਸਤੇ ਆਪਣੇ ਸੋਹਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਰੁਝਾਉਂਦੀਆਂ ਨੇ, ਉਹਦੇ ਹੁਕਮ ਦੇ ਵਿੱਚ ਤੁਰਦੀਆਂ ਨੇ। ਤਿੰਨਾਂ ਸੁੱਖੇ ਸੁੱਖ ਵਿਹਾਏ, ਉਹਨਾਂ ਦੇ ਜੀਵਨ ਦੇ ਵਿੱਚ ਆਤਮਿਕ ਸੁੱਖ ਤੇ ਚੜ੍ਹਦੀ ਕਲਾ ਹੀ ਰਹਿੰਦੀ ਹੈ। ਸਾਰੀ ਉਮਰ ਉਹਨਾਂ ਦੀ ਆਪਣੇ ਪਤੀ ਪਰਮਾਤਮਾ ਪ੍ਰੇਮ ਵਾਹਿਗੁਰੂ ਦੇ ਹੁਕਮ ਦੇ ਵਿੱਚ ਬਤੀਤਦੀ ਹੈ ਤੇ ਉਹ ਸਦੀਵੀ ਦੁਨੀਆ ਦੇ ਤਮਾਮ ਜਿੱਥੇ ਸੁੱਖ ਆਤਮਿਕ ਸੁੱਖ ਪਦਾਰਥ ਦੇ ਸੁੱਖ ਸਾਰੀ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਤੀ ਪਰਮਾਤਮਾ ਵਾਹਿਗੁਰੂ ਪਾ ਕੇ ਰੱਖਦਾ ਹੈ। ਗਿਆਨ ਵਿਹੂਣੀ ਪਿਰ ਮੁੱਤੀਆਂ ਪਿਰ ਮੰਨਾ ਪਾਇਆ ਜਾਏ। ਗਿਆਨ ਵਿਹੂਣੀ ਗਿਆਨ ਤੋਂ ਸਖਣੀਆਂ, ਪਿਰ ਮੁੱਤੀਆਂ ਪਿਰ ਦਾ ਅਰਥ ਹੈ ਪਤੀ, ਮੁੱਤੀਆਂ ਦਾ ਅਰਥ ਹੈ ਵਿਛੜੀ ਹੋਈ। ਮੁੱਤੀਆਂ ਸ਼ਬਦ ਆ ਵਿਛੜੀ ਹੋਈ ਛੁੱਟੜ। ਸਭ ਕਹਿੰਦੇ ਜਿਹੜੀ ਜੀਵ ਇਸਤਰੀ ਗਿਆਨ ਵਿਹੂਣੀ ਪ੍ਰਭੂ ਪਤੀ ਨਾਲ ਡੂੰਗੀ ਸਾਂਝ ਪਾਉਣ ਤੋਂ ਬਿਨਾਂ, ਭਾਵ ਪ੍ਰਭੂ ਪਤੀ ਪਰਮਾਤਮਾ ਨਾਲ ਸਾਂਝ ਪਾਉਣ ਤੋਂ ਬਿਨਾਂ ਹੀ ਰਹਿ ਰਹੀ ਹੈ, ਭਾਵ ਉਹਨੇ ਆਪਣੇ ਜੀਵਨ ਨੂੰ ਪਰਮਾਤਮਾ ਦੇ ਨਾਲ ਨਹੀਂ ਜੋੜਿਆ, ਉਹ ਖਸਮ ਪ੍ਰਭੂ ਵੱਲੋਂ ਛੁੱਟੜ ਹੀ ਰਹਿੰਦੀ ਹੈ। ਉਹਨੂੰ ਕਦੀ ਵੀ ਪਰਮਾਤਮਾ ਦਾ ਪਿਆਰ ਹਾਸਲ ਨਹੀਂ ਹੁੰਦਾ, ਕਿਉਂਕਿ ਉਹ ਗੁਰਮਤ ਦਾ ਗਿਆਨ ਨਹੀਂ ਲੈ ਪਾਉਂਦੀ। ਉਹ ਗੁਰੂ ਦੀ ਦਸੀ ਮੱਤ 'ਤੇ ਨਹੀਂ ਚੱਲਦੀ, ਗੁਰੂ ਜੀ ਦੇ ਹੁਕਮ ਨੂੰ ਸਵੀਕਾਰ ਨਹੀਂ ਕਰਦੀ। ਆਪਣੀਆਂ ਮਨ ਆਈਆਂ ਕਰਦੀ ਕਰਦੀ ਇੰਨਾ ਦੂਰੀ ਪਾ ਲੈਂਦੀ ਹੈ ਕਿ ਪਰਮਾਤਮਾ ਵਾਹਿਗੁਰੂ ਦੇ ਨੇੜੇ ਉਹ ਪਹੁੰਚ ਹੀ ਨਹੀਂ ਪਾਉਂਦੀ, ਕਿਉਂਕਿ ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਹਉਮੈ ਦੀ ਕੰਧ ਪੈ ਜਾਂਦੀ ਹੈ। ਹਉਮੈ ਭੀਤ ਪਇਓ ਹੈ ਵਿੱਚੋ। ਸਭ ਕਹਿੰਦੇ ਆਤਮਾ ਤੇ ਪਰਮਾਤਮਾ ਵਿੱਚ ਕਿਹੜੀ ਕੰਧ ਪਈ ਹੈ? ਹਉਮੈ ਦੀ, ਮੈਂ ਦੀ। ਇਹ ਕੰਧ ਐਸੀ ਹੈ, ਇਸੇ ਕਰਕੇ ਸਭ ਕਹਿੰਦੇ ਕਿ ਕੂੜਾ ਟੁੱਟੈ ਪਾਲ। ਕਿਵੇਂ ਇਹ ਮੇਰੇ ਵਿੱਚੋਂ ਤੇ ਪਰਮਾਤਮਾ ਵਿੱਚੋਂ ਕੂੜ ਦੀ ਕੰਧ ਟੁੱਟ ਜਾਵੇ ਤੇ ਮੈਂ ਪਰਮਾਤਮਾ ਨਾਲ ਸਾਂਝ ਪਾ ਲਵਾਂ। ਸਾਰੀ ਦੀ ਸਾਰੀ ਗੁਰੂ ਦੀ ਬਾਣੀ, ਗੁਰੂ ਦੀ ਮੱਤ ਇਸੇ ਸਵਾਲ ਦੇ ਆਲੇ ਦੁਆਲੇ ਸਾਨੂੰ ਘੁਮਾਉਂਦੀ ਹੈ। ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੈ ਭੁੱਖ ਨਾ ਜਾਏ। ਬਿਨ ਪਿਰ ਦੇਖੇ ਭੁੱਖ ਨਾ ਜਾਏ। ਅੰਧੇਰ ਦਾ ਅਰਥ ਆ ਹਨੇਰਾ। ਕਿਹਦਾ ਅੰਧੇਰਾ ਹੈ ਜੀਵਨ ਦੇ ਵਿੱਚ? ਮੋਹ ਦਾ। ਮਨੁੱਖ ਮੋਹ ਦੇ ਕੁੱਪ ਅੰਧੇਰ ਦੇ ਵਿੱਚ ਡੁੱਬਿਆ। ਭੁੱਖ ਮਾਇਆ ਦੀ ਲਾਲਸਾ, ਤ੍ਰਿਸ਼ਨਾ ਦੀ ਭੁੱਖ। ਸਭ ਕਹਿੰਦੇ ਅਗਿਆਨ ਮਤੀ, ਅਗਿਆਨ ਦੇ ਵਿੱਚ ਮਤੀ ਹੋਈ, ਡੁੱਬੀ ਹੋਈ ਜਿਹੜੀ ਜੀਵ ਇਸਤਰੀ ਆ ਨਾ,
ਅੰਧੇਰ ਹੈ, ਇਹਦੇ ਜੀਵਨ ਦੇ ਵਿੱਚ ਮਾਇਆ ਦਾ ਮੋਹ ਦਾ ਕੁੱਪ ਅੰਧੇਰਾ ਛਾਇਆ ਹੋਇਆ ਹੈ। ਬਿਨ ਪਿਰ ਦੇਖੇ ਭੁੱਖ ਨਾ ਜਾਏ। ਤੇ ਨਿਤ ਇਸ ਹਨੇਰੇ ਦੇ ਵਿੱਚ ਇਹਨੂੰ ਆਪਣੇ ਅੰਦਰ ਵਸਦਾ ਪਤੀ ਪਰਮਾਤਮਾ ਨਜ਼ਰ ਨਹੀਂ ਆਉਂਦਾ। ਤੇ ਜਦ ਤੱਕ ਪਤੀ ਪਰਮਾਤਮਾ ਵਾਹਿਗੁਰੂ ਦੇ ਇਹਨੂੰ ਦਰਸ਼ਨ ਨਹੀਂ ਹੁੰਦੇ, ਇਸ ਦੀ ਮਾਇਆ ਦੀ ਭੁੱਖ ਦੂਰ ਨਹੀਂ ਹੋ ਸਕਦੀ। ਇਹ ਨਿਤ ਇਸ ਮਾਇਆ ਦੇ ਭੁੱਖ ਦੇ ਵਿੱਚ ਡੁੱਬੀ ਪਈ ਹੈ। ਤੇ ਜੇ ਚਾਹੁੰਦੀ ਹੈ ਕਿ ਇਹ ਮਾਇਆ ਦੀ ਭੁੱਖ ਤੋਂ ਤ੍ਰਿਪਤ ਹੋ ਜਾਵੇ, ਫਿਰ ਇਸ ਜੀਵ ਇਸਤਰੀ ਨੂੰ ਪਤੀ ਪਰਮਾਤਮਾ ਪਤੀ ਦੇ ਨਾਲ ਵਾਹਿਗੁਰੂ ਦੇ ਨਾਲ ਆਪਣੀ ਸਾਂਝ ਪਾਉਣੀ ਪਊਗੀ। ਆਵੋ ਮਿਲੋ ਸਹੇਲੀ ਹੋ, ਮੈਂ ਫਿਰ ਦਿਓ ਮਿਲਾਏ। ਸਹੇਲੀ ਉਹਦਾ ਅਰਥ ਆ ਸਖੀਆਂ, ਮਿੱਤਰ। ਕਿਹੜੀਆਂ ਸਖੀਆਂ? ਜਿਹੜੀਆਂ ਗੁਰੂ ਸ਼ਬਦ ਦੇ ਵਿੱਚ ਡੁੱਬੀਆਂ ਹੋਈਆਂ ਨੇ, ਜੋ ਜੀਵਨ ਦੇ ਪਲ ਪਲ ਹਰ ਘੜੀ ਗੁਰੂ ਨੂੰ ਪੁੱਛ ਕੇ ਤੁਰਦੀਆਂ ਹਨ, ਗੁਰੂ ਦੀ ਮੱਤ ਲੈਂਦੀਆਂ ਹਨ। ਆਵੋ ਮਿਲੋ ਸਹੇਲੀਓ, ਮੈਂ ਫਿਰ ਦਿਓ ਮਿਲਾਏ। ਹੇ ਸਤ ਸੰਗੀ ਜੀਵ ਇਸਤਰੀਓ, ਆਓ ਮੈਨੂੰ ਮਿਲੋ ਤੇ ਮੈਨੂੰ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾ ਦਿਓ। ਮੇਰੇ ਤੇ ਕਿਰਪਾ ਕਰੋ। ਮੈਂ ਸਰੈਂਡਰ ਕਰ ਦਿੱਤਾ, ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਹੈ। ਮੇਰੇ ਅੰਦਰ ਵੀ ਸੱਚੇ ਗੁਣ ਦਾ ਵਿਕਾਸ ਕਰ ਦਿਓ, ਪ੍ਰਗਾਸ ਕਰ ਦਿਓ, ਤੇ ਮੈਂ ਆਪਣੇ ਪਤੀ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂ। ਪੂਰੇ ਭਾਗ ਸਤਿਗੁਰ ਮਿਲੈ, ਫਿਰ ਪਾਇਆ ਸੱਚ ਸਮਾਏ। ਮੈਂ ਆਪਣੇ ਆਪ ਨੂੰ ਬਹੁਤ ਵੱਡਿਆਂ ਭਾਗਾਂ ਵਾਲੀ ਸਮਝਦੀ ਹਾਂ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕਿ ਮੈਨੂੰ ਇਸ ਜੀਵਨ ਦੇ ਵਿੱਚ ਸੱਚਾ ਗੁਰੂ ਸ਼ਬਦ ਮਿਲ ਗਿਆ ਹੈ। ਜਿਸ ਸੱਚੇ ਸ਼ਬਦ ਗੁਰੂ ਦੇ ਗਿਆਨ ਤੇ ਰਹਿਮਤ ਤੇ ਕਿਰਪਾ ਦੇ ਨਾਲ ਫਿਰ ਪਾਇਆ ਸੱਚ ਸਮਾਏ। ਮੈਨੂੰ ਮੇਰਾ ਪਤੀ ਪਰਮਾਤਮਾ ਵਾਹਿਗੁਰੂ ਮਿਲ ਗਿਆ ਹੈ ਤੇ ਉਹਦੀ ਸੱਚਾਈ, ਉਹਦੇ ਸੱਚੇ ਗੁਣਾਂ ਦੇ ਨਾਲ ਜੋ ਸਦਾ ਅਟਲ ਰਹਿਣ ਵਾਲਾ ਹੈ, ਉਹਦੇ ਨਾਲ ਮੇਰੀ ਸਮੋਈ ਹੋ ਗਈ ਹੈ। ਸੇ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ। ਸਈਆਂ ਦਾ ਅਰਥ ਆ ਸਖੀਆਂ, ਸਹੇਲੀਆਂ। ਸੁਹਾਗਣੀ ਸੁਹਾਗ ਵਾਲੀਆਂ। ਸਾਹਿਬ ਕਹਿੰਦੇ ਉਹ ਸਖੀਆਂ, ਉਹ ਸਹੇਲੀਆਂ, ਉਹ ਜੀਵ ਇਸਤਰੀਆਂ ਸੁਹਾਗ ਵਾਲੀਆਂ ਨੇ, ਜਿਨ ਕੋ ਨਦਰ ਕਰੇ, ਜੋ ਸਦਾ ਪਰਮਾਤਮਾ ਰੂਪੀ ਪਤੀ ਦੀ ਮਿਹਰ ਦੀ ਨਿਗਾਹ ਦੇ ਪਾਤਰ ਬਣ ਕੇ ਰਹਿੰਦੀਆਂ ਹਨ। ਖਸਮ ਪਛਾਣੇ ਆਪਣਾ, ਤਨ ਮਨ ਆਗੈ ਦੇ। ਐਸੀਆਂ ਜੀਵ ਇਸਤਰੀਆਂ ਨੇ ਆਪਣੇ ਪਤੀ ਪਰਮਾਤਮਾ ਦੀ ਪਹਿਚਾਣ ਕਰ ਲਈ ਹੈ ਤੇ ਆਪਣੇ ਪਤੀ ਪਰਮਾਤਮਾ ਨੂੰ ਕੀ ਕੀਤਾ ਹੈ? 4 ਲਾਵਾਂ ਜਿਹੜੀਆਂ ਧੰਨ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਕੀ ਹੈ? ਸਮਰਪਣ ਆ ਨਾ, ਕਿ ਮੈਂ ਆਪਣੇ ਪਤੀ ਨੂੰ ਆਪਣਾ ਸਮਰਪਣ ਕਰ ਦਿੱਤਾ। ਕਿਵੇਂ ਸਮਰਪਣ ਕੀਤਾ? ਸਭੇ ਸਾਖ ਕੁੜਿਆਵੇ, ਡਿੱਠੇ ਪੱਲੇ ਟੈਂਡੇ ਲਾਗੀ। ਇਹ ਸਾਖ ਝੂਠੇ ਦੁਨਿਆਵੀ ਨੇ, ਇਹ ਪਦਾਰਥ ਝੂਠੇ ਨੇ। ਹੇ ਪ੍ਰਭੂ ਜੀ, ਮੈਂ ਤੇਰੇ ਪੱਲੇ ਲੱਗ ਗਈ ਹਾਂ, ਹੁਣ ਤੂੰ ਕਿਰਪਾ ਕਰ। ਖਸਮ ਪਛਾਣੇ ਆਪਣਾ, ਤਨ ਮਨ ਆਗੈ ਦੇ। ਮੈਨੂੰ ਆਪਣੇ ਪਤੀ ਪਰਮਾਤਮਾ ਦੀ ਪਹਿਚਾਣ ਮੇਰੇ ਸੱਚੇ ਗੁਰੂ ਰੂਪੀ ਵਿਚੋਲੇ ਨੇ ਕਰਵਾ ਦਿੱਤੀ ਹੈ ਤੇ ਮੈਂ ਆਪਣਾ ਤਨ, ਆਪਣਾ ਮਨ ਸਾਰਾ ਆਪਣੇ ਪਰਮਾਤਮਾ ਜੀ ਨੂੰ ਸੌਂਪ ਦਿੱਤਾ ਹੈ। ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਘਰ ਰਾਰੇ ਨੂੰ ਸਿਹਾਰੀ ਹੈ, ਵਰ ਰਾਰੇ ਥੱਲੇ ਔਂਕੜ ਹੈ। ਵਰ ਕਿਹੜਾ ਹੈ? ਪਰਮਾਤਮਾ ਪਤੀ। ਘਰ ਕਿਹੜਾ ਹੈ? ਹਿਰਦੇ ਰੂਪੀ ਘਰ ਵਿੱਚ। ਪਾਇਆ, ਪਾ ਲਿਆ ਹੈ। ਮੈਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਰੂਪੀ ਪਤੀ ਨੂੰ ਪਾ ਲਿਆ ਹੈ। ਹਉਮੈ ਦੂਰ ਕਰੇ, ਜਿਹਦੇ ਨਾਲ ਐਸੀ ਸਾਂਝ ਬਣੀ ਹੈ ਕਿ ਜੀਵਨ ਵਿੱਚੋਂ ਮੈਂ ਦਾ ਹਨੇਰਾ, ਅਹੰਕਾਰ ਮਿਟ ਗਿਆ ਹੈ ਤੇ ਜੀਵਨ ਨਿਮਰਤਾ ਦੇ ਪ੍ਰੇਮ ਦੇ ਵਿੱਚ ਆ ਗਿਆ ਹੈ। ਆਖਰੀਆਂ ਪੰਕਤੀਆਂ ਅੱਜ ਦੇ ਪਾਵਨ ਸ਼ਬਦ ਦੀਆਂ। ਨਾਨਕ ਸੋਭਾਵੰਤੀਆਂ ਸੁਹਾਗਣੀ, ਅੰਦਿਨ ਭਗਤ ਕਰੇ। ਅੰਦਿਨ ਦਾ ਅਰਥ ਹਰ ਰੋਜ਼। ਹੇ ਨਾਨਕ, ਐਸੀਆਂ ਜੀਵ ਇਸਤਰੀਆਂ ਸੋਭਾ ਵਾਲੀਆਂ ਬਣਦੀਆਂ ਹਨ, ਭਾਗਾਂ ਵਾਲੀਆਂ ਬਣਦੀਆਂ ਹਨ, ਜੋ ਹਰ ਵੇਲੇ ਪ੍ਰਭੂ ਪਰਮਾਤਮਾ ਪਤੀ ਦੀ ਭਗਤੀ ਦੇ ਵਿੱਚ, ਪ੍ਰਭੂ ਪਰਮਾਤਮਾ ਪਤੀ ਦੀ ਸਿਫਤ ਸਲਾਹ ਦੇ ਵਿੱਚ ਜੁੜੀਆਂ ਰਹਿੰਦੀਆਂ ਹਨ, ਜੋ ਦਿਨ ਰਾਤ ਪਰਮਾਤਮਾ ਪਤੀ ਦਾ ਸ਼ੁਕਰਾਨਾ ਕਰਦੀਆਂ ਹਨ, ਪਰਮਾਤਮਾ ਪਤੀ ਦਾ ਧੰਨਵਾਦ ਕਰਦੀਆਂ ਹਨ, ਰੋਮ ਰੋਮ ਅੰਗ ਅੰਗ ਆਪਣਾ ਗੁਰੂ ਦੀ ਮੱਤ ਤੇ ਤੋਰਦੀਆਂ ਹਨ, ਗੁਰੂ ਦੇ ਹੁਕਮ ਵਿੱਚ ਰਹਿੰਦੀਆਂ ਹਨ।
ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਇੱਕ ਜੀਵ ਇਸਤਰੀ ਦਾ ਬਿਰਤਾਂਤ ਸੁਣਾ ਕੇ ਇੱਕ ਸੁਹਾਗਣੀ ਦੀ ਕਥਾ ਬਿਆਨ ਕੀਤੀ ਹੈ ਤੇ ਇੱਕ ਦੁਹਾਗਣੀ ਦੀ ਬਿਆਨ ਕੀਤੀ ਹੈ। ਸੁਹਾਗਣੀ ਆਪਣਾ ਤਨ ਮਨ ਆਪਣੇ ਪਤੀ ਪਰਮਾਤਮਾ ਨੂੰ ਸਮਰਪਣ ਕਰ ਦਿੰਦੀ ਹੈ। ਗੁਰੂ ਰੂਪੀ ਮਾਂ ਦੇ ਹੁਕਮ ਤੇ ਚੱਲ ਕੇ ਗੁਰੂ ਰੂਪੀ ਸ਼ਬਦ ਦੇ ਵਿਚਾਰ ਨੂੰ ਜੀਵਨ 'ਚ ਵਸਾ ਕੇ ਗੁਰੂ ਦੀ ਮੱਤ ਨੂੰ ਫਾਲੋ ਕਰਕੇ ਆਪਣੇ ਜੀਵਨ ਨੂੰ ਨਿਰਮਲ ਕਰ ਲੈਂਦੀ ਹੈ। ਤੇ ਦੂਜੇ ਬੰਨੇ ਉਹ ਹੈ ਜੋ ਮਨ ਦੀ ਮੱਤ ਪਿੱਛੇ ਲੱਗਣ ਵਾਲੀ ਦੁਹਾਗਣ ਨਿਤ ਪਤੀ ਪਰਮਾਤਮਾ ਨੂੰ ਭੁਲਾ ਕੇ ਵਿਕਾਰਾਂ ਦੀ ਜ਼ਿੰਦਗੀ ਜੀਉ ਰਹੀ ਹੈ। ਵਿਕਾਰਾਂ ਦੀ ਜ਼ਿੰਦਗੀ ਜਿਉਣ ਵਾਲੀ ਦਾ ਅੰਤ ਕੀ ਹੈ? ਉਹ ਦੁੱਖ ਪਰੇਸ਼ਾਨੀਆਂ ਤੇ ਨਿਤ ਵਿਪਤਾ ਵਿੱਚ ਫਸੀ ਰਹਿੰਦੀ ਹੈ। ਤੇ ਜੋ ਪਰਮਾਤਮਾ ਦੀ ਪਤੀ ਦੇ ਨਾਲ ਜੁੜੀ ਸੁਹਾਗਣ ਆ, ਉਹ ਹਰ ਵਕਤ ਆਤਮਿਕ ਅਡੋਲਤਾ ਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਦੋਵਾਂ 'ਚ ਫਰਕ ਆ, ਇੱਕ ਦਾ ਜੀਵਨ ਸੱਚਾ ਹੈ, ਇੱਕ ਦਾ ਝੂਠਾ ਹੈ। ਸੱਚੇ ਜੀਵਨ ਵਾਲੀ ਨੂੰ ਸੋਭਾ ਵਡਿਆਈ ਮਾਣ ਮਿਲਦੀ ਹੈ, ਝੂਠੇ ਜੀਵਨ ਵਾਲੇ ਨੂੰ ਸਿਰਫ ਤੇ ਸਿਰਫ ਤੋਹਮਤਾਂ ਮਿਲਦੀਆਂ ਨੇ। ਹੁਣ ਜੀਵਨ ਅਸੀਂ ਕਿਹੜਾ ਚੁਣਨਾ ਹੈ, ਇਹ ਸਾਡੇ ਤੇ ਨਿਰਭਰ ਆ। ਗੁਰਮਤਿ ਦਾ ਜੀਵਨ ਜਿਉਣਾ ਹੈ ਕਿ ਮਨਮਤ ਦਾ ਜੀਵਨ ਜਿਉਣਾ ਹੈ, ਇਹ ਅਸੀਂ ਚੁਣਨਾ ਹੈ। ਰਲ ਮਿਲ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲੀਏ, ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰੀਏ। ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਉਚਾਰਨ ਕਰਦਿਆਂ ਵੀ ਆਪ ਗੁਰੂ ਰੂਪ ਪਿਆਰੀ ਸੰਗਤ ਬਖਸ਼ਣਯੋਗ ਹੋ, ਬਖਸ਼ ਲੈਣਾ। ਸਾਹਿਬ ਜੀ ਕਿਰਪਾ ਕਰਨ। ਸ਼ਾਮ ਦੇ ਟਾਈਮ